ਅਕਾਲ ਦੋਸਤੋ, ਕੀ ਹਾਲ ਚਾਲ? ਠੀਕ ਠਾਕ ਹੋ? ਆਸ ਕਰਦਾ ਹਾਂ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਰਾਜੀ ਖੁਸ਼ੀ ਹੋਵੋਗੇ ਤੇ ਆਨੰਦ ਮਾਣ ਰਹੇ ਹੋਵੋਗੇ ਹਰ ਇੱਕ ਪਲ ਦਾ। ਸੋ ਹਾਲਾਤ ਜਿਹੜੇ ਇਸ ਵੇਲੇ ਚੱਲ ਰਹੇ ਨੇ, ਕੁਝ ਉਹਦੇ ਵਿੱਚ ਕਰੰਟ ਇਸ਼ੂਜ਼ ਜਿਹੜੇ ਸਾਡੇ ਹੈਗੇ ਆ, ਦੋ ਤਿੰਨ ਵਿਵਾਦ ਜਿਹੜੇ ਇਸ ਵੇਲੇ ਕੌਮ ਦੇ ਵਿੱਚ ਚੱਲੇ ਹੋਏ। ਬੜੀ ਕੋਸ਼ਿਸ਼ ਕਰਦੇ ਹੁੰਦੇ ਆ ਕਿ ਨਾ ਹੀ ਲਾਈਵ ਹੋਈਏ ਤੇ ਨਾ ਹੀ ਬੋਲੀਏ, ਕਿਉਂਕਿ ਇਹ ਨਹੀਂ ਹੁੰਦਾ ਕਿ ਸਾਡੇ ਨਾਲ ਹੀ ਕੌਮ ਚੱਲ ਰਹੀ ਹੈ। ਇੱਕ ਬੁਲਾਰੇ ਦੇ ਨਾਲ ਕੌਮ ਨਹੀਂ ਚੱਲਦੀ ਹੁੰਦੀ। ਕੌਮ ਨੂੰ ਚਲਾਉਣ ਵਾਲੇ ਬਹੁਤ ਸੁਹਿਰਦ ਲੋਕ ਨੇ, ਸਾਡੇ ਲੀਡਰ ਨੇ, ਪੰਥਕ ਨੇ, ਪਰ ਕਈ ਵਾਰੀ ਐਸੇ ਮਸਲੇ ਹੁੰਦੇ ਆ ਜਿਹੜੇ ਨੌਜਵਾਨੀ ਦੇ ਨਾਲ ਵੀ ਰਿਲੇਟਡ ਹੁੰਦੇ ਨੇ। ਨੌਜਵਾਨੀ ਪੰਜਾਬ ਦੀ ਹੋਵੇ ਜਾਂ ਫਿਰ ਸਿੱਖਾਂ ਦੀ ਹੋਵੇ, ਸੋ ਉਹਦੇ ਨਾਲ ਰਿਲੇਟਡ ਹੁੰਦੇ ਆ। ਫਿਰ ਰਿਹਾ ਨਹੀਂ ਜਾਂਦਾ ਕਈ ਵਾਰ ਲਾਈਵ ਕਰਕੇ ਆਪਣੇ ਵਿਚਾਰ ਜਿਹੜੇ ਅਸੀਂ ਸਾਂਝੇ ਕਰ ਦਈਦੇ ਆ। ਸੋ ਅੱਜ ਵੀ ਕੁਝ ਐਸੇ ਮਸਲੇ ਸੀ ਜੋ ਮੈਂ ਕਾਫੀ ਟਾਈਮ ਤੋਂ, ਤਕਰੀਬਨ ਸਵੇਰ ਤੋਂ ਲੈ ਕੇ ਸੋਚ ਰਿਹਾ ਸੀ ਕਿ ਇਹ ਕਿਉਂ ਹੋਇਆ, ਇਹ ਇਸ ਤਰ੍ਹਾਂ ਕਿਉਂ ਹੋ ਰਿਹਾ, ਇਹ ਫਲਾਨਾ ਜਿਹੜਾ ਸਿੰਘ ਹੈਗਾ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਿਉਂ ਕਰ ਰਿਹਾ। ਸੋ ਦੋ ਤਿੰਨ ਮਸਲੇ ਨੇ, ਸ਼ਾਇਦ ਹੈਡਿੰਗ ਤੁਸੀਂ ਪੜ੍ਹ ਲਈ ਹੋਊਗੀ। ਆਪਾਂ ਉਹ ਤਿੰਨਾਂ ਮਸਲਿਆਂ ਦੇ ਉੱਤੇ ਗੱਲ ਕਰਨੀ ਹੈ। ਤੇ ਮੈਂ ਪਹਿਲਾਂ ਕਹਿ ਦਿੰਦਾ ਕਿ ਆਪਾਂ ਕੋਈ ਅਥਾਰਟੀ ਨਹੀਂ ਆ। ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਵੀ ਸ਼ਾਇਦ ਕੋਈ ਇਹ ਸੋਚੇ ਵੀ ਕੌਮ ਦੇ ਮਸਲਿਆਂ ਨੂੰ ਚੁੱਕਣ ਵਾਲੇ ਤੁਸੀਂ ਪਤਾ ਨਹੀਂ ਕੌਣ ਆ ਗਏ ਹੋ, ਕਿੱਥੋਂ ਆ ਗਏ ਹੋ, ਹਨਾ। ਆਪਾਂ ਕੋਈ ਅਥਾਰਟੀ ਨਹੀਂ ਹੈਗੇ, ਸਿਰਫ ਇੱਕ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਅੱਜ ਨੌਜਵਾਨਾਂ ਦੇ ਵਿੱਚ ਜਾਗ੍ਰਿਤੀ ਆਈ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਨੌਜਵਾਨਾਂ ਨੂੰ ਵੀ ਇਸ ਪਾਸੇ ਨੂੰ ਲੈ ਕੇ ਆਈਏ। ਸਾਰੇ ਇਕੱਠੇ ਰਲ ਮਿਲ ਕੇ ਅਸੀਂ ਕੌਮ ਦੇ ਮਸਲੇ ਜਿਹੜੇ ਆ ਉਹਨਾਂ ਦੇ ਉੱਤੇ ਗੱਲਬਾਤ ਕਰਿਆ ਕਰੀਏ, ਪੰਜਾਬ ਦੇ ਮਸਲਿਆਂ ਦੇ ਉੱਤੇ ਗੱਲਬਾਤ ਕਰਿਆ ਕਰੀਏ, ਤਾਂ ਕਿ ਕੁਝ ਵਧੀਆ ਨਿਕਲ ਕੇ ਸਾਹਮਣੇ ਆਵੇ। ਸੋ ਹੈਡਿੰਗ ਦੇ ਵਿੱਚ ਜਿਵੇਂ ਮੈਂ ਲਿਖਿਆ ਹੋਇਆ ਕਿ ਇੱਕ ਤਾਂ ਭਾਈ ਵਡਾਲਾ, ਬਲਦੇਵ ਸਿੰਘ ਵਡਾਲਾ, ਉਹਨਾਂ ਦੀ ਸਟੇਟਮੈਂਟ ਘੁੰਮ ਰਹੀ ਹੈ ਇੱਕ ਬਾਈ ਦੀਪ ਸਿੰਘ ਸਿੱਧੂ ਹੋਰਾਂ ਬਾਰੇ। ਇੱਕ ਤਾਂ ਉਹਦੇ ਤੇ ਗੱਲ ਕਰਨੀ ਹੈ, ਦੂਸਰੀ ਭਾਈ ਤਲਵਾੜਾ, ਸਾਡੇ ਸਤਿਕਾਰਯੋਗ ਭਾਈ ਪਲਵਿੰਦਰ ਸਿੰਘ ਤਲਵਾੜਾ, ਉਹਨਾਂ ਦੀ ਵੀ ਇੱਕ ਸਟੇਜ ਤੋਂ ਸਪੀਚ ਜਿਹੜੀ ਘੁੰਮ ਰਹੀ ਹੈ, ਉਹ ਵੀ ਥੋੜੀ ਜੀ ਗੱਲਬਾਤ ਉਹਦੇ ਉੱਤੇ ਵੀ ਕਰਨ ਵਾਲੀ ਹੈ। ਤੇ ਤੀਸਰਾ ਮਸਲਾ ਹੈਗਾ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ, ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਉਹਨਾਂ ਦੀ ਥੋੜੀ ਜੀ ਆਪਾਂ ਕਹਿ ਸਕਦੇ ਹਾਂ ਵੀ ਇਸ ਵੇਲੇ ਅਣਬਣ ਹੋ ਗਈ ਤੇ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਉਛਾਲਿਆ ਜਾ ਰਿਹਾ, ਜੋ ਕਿ ਨਹੀਂ ਚਾਹੀਦਾ, ਕਿਉਂਕਿ ਅੰਦਰੂਨੀ ਮਸਲਾ ਹੈ। ਦੋਨੋਂ ਧਿਰਾਂ ਪੰਥਕ ਨੇ ਤੇ ਜਦੋਂ ਅਸੀਂ ਪੰਥਕ ਮਸਲਾ ਜਿਹੜਾ ਅੰਦਰੂਨੀ ਤੌਰ ਤੇ ਬਹਿ ਕੇ ਸੁਲਝਾ ਸਕਦੇ ਹਾਂ ਤਾਂ ਫਿਰ ਉਹਨੂੰ ਲਿਆਉਣਾ ਨਹੀਂ ਚਾਹੀਦਾ। ਸੋ ਇਹਦੇ ਉੱਤੇ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਬਲਦੇਵ ਸਿੰਘ ਵਡਾਲਾ ਹੋਰਾਂ ਤੋਂ। ਬਲਦੇਵ ਸਿੰਘ ਵਡਾਲਾ ਜੋ ਕਿ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਸਾਬਕਾ ਹਜ਼ੂਰੀ ਰਾਗੀ ਆਪਾਂ ਕਹਿ ਦਿੰਦੇ ਹਾਂ। ਸੋ ਇਹ ਬਹੁਤ ਵਧੀਆ ਕੀਰਤਨੀਏ ਤੇ ਆਪਾਂ ਕਹਿ ਸਕਦੇ ਹਾਂ ਵੀ ਵਿੱਚ ਗੱਲਬਾਤ ਵੀ ਕਰਦੇ ਕੌਮ ਦੀ। ਤੇ ਦਰਬਾਰ ਸਾਹਿਬ ਦੇ ਵਿੱਚ ਇਹਨਾਂ ਵੱਲੋਂ ਸ਼ਬਦ ਪੜਿਆ ਗਿਆ ਸੀ, ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ। ਉਸ ਤੋਂ ਬਾਅਦ ਇਹਨਾਂ ਨੂੰ ਉੱਥੋਂ ਹਟਾ ਦਿੱਤਾ ਗਿਆ। ਇੱਕ ਹਜ਼ੂਰੀ ਰਾਗੀ ਦੀ ਜਿਹੜੀ ਇੱਕ ਉਪਾਧੀ ਹੁੰਦੀ ਹੈ ਨਾ ਵੀ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰਨ ਵਾਲੇ, ਉਹ ਕੁਝ ਲੋਕ ਨੇ, ਮਤਲਬ ਕੁਝ ਜਥੇ ਨੇ, ਉਹਨਾਂ ਦੇ ਵਿੱਚ ਸੀ ਭਾਈ ਬਲਦੇਵ ਸਿੰਘ ਵਡਾਲਾ। ਤੇ ਇਹਨਾਂ ਨੇ ਉਹ ਸ਼ਬਦ ਪੜਿਆ ਸੀ। ਉਸ ਵੇਲੇ ਬਾਦਲ, ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਉਹਦੇ ਖਿਲਾਫ ਬੜਾ ਕੁਝ ਚੱਲ ਰਿਹਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ, ਕਿ ਇੱਕ ਪਾਸੇ ਭਾਈ ਰਾਜੋਆਣੇ ਵਾਲੀ ਗੱਲ ਸੀ। ਉਸ ਤੋਂ ਬਾਅਦ ਆਸ਼ੂਤੋਸ਼ ਦਾ ਲੁਧਿਆਣੇ ਦੇ ਵਿੱਚ ਜਦੋਂ ਇੱਕ ਸਮਾਗਮ ਕਰਵਾਇਆ ਗਿਆ ਤੇ ਉੱਥੇ ਵੀ ਸ਼ਹੀਦੀਆਂ ਹੋ ਜਾਂਦੀਆਂ, ਫਿਰ ਭਾਈ ਰਾਜੋਆਣੇ ਦੀ ਗੱਲ ਆ ਜਾਂਦੀ ਹੈ, ਫਿਰ ਬੇਅਦਬੀਆਂ ਦਾ ਮਸਲਾ ਆ ਜਾਂਦਾ ਹੈ, ਫਿਰ ਸਰਸੇ ਵਾਲੇ ਸਾਧ ਦਾ ਮਸਲਾ ਆ ਜਾਂਦਾ ਹੈ। ਸੋ ਉਸ ਵੇਲੇ ਬਾਦਲ ਦਲ ਜਿਹੜਾ ਸੀਗਾ ਬਹੁਤ ਚਰਚਾ ਦੇ ਵਿੱਚ ਸੀਗਾ। ਉਦੋਂ ਫਿਰ ਬਲਦੇਵ ਸਿੰਘ ਵਡਾਲਾ ਹੋਰਾਂ ਨੇ ਸ਼ਬਦ ਜਦੋਂ ਪੜਿਆ ਕੁੱਤਾ ਰਾਜ ਬਹਾਲੀਏ, ਕਿਉਂਕਿ ਉਦੋਂ ਬਾਦਲਾਂ ਦੀ ਫੇਰੀ ਸੀਗੀ, ਉੱਥੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਹੋਏ ਸੀ, ਤੇ ਉਦੋਂ ਇਹਨੇ ਇਹ ਸ਼ਬਦ ਪੜ੍ਹ ਦਿੱਤਾ ਸੀ ਤੇ ਉਹ ਫਿਰ ਇਹਨਾਂ ਨੂੰ ਜਿਹੜਾ ਹੈ ਉਹ ਬਾਹਰ ਕਰ ਦਿੱਤਾ ਗਿਆ ਸੀਗਾ। ਭਈ ਤੁਸੀਂ ਇਸ ਤਰ੍ਹਾਂ ਕੀਤਾ ਤੇ ਇਹ ਤੋਹੀਨ ਹੈਗੀ ਹੈ, ਇਸ ਕਰਕੇ ਤੁਹਾਨੂੰ ਬਾਹਰ ਕਰ ਦਿੱਤਾ ਜਾਂਦਾ ਹੈ। ਉਸ ਵੇਲੇ ਬੜੀ ਸ਼ਲਾਘਾ ਹੋਈ ਸੀ ਭਾਈ ਬਲਦੇਵ ਸਿੰਘ ਵਡਾਲਾ ਹੋਰਾਂ ਦੀ ਕਿ ਇਹ ਬਹੁਤ ਵਧੀਆ ਕੰਮ ਕੀਤਾ ਕਿ ਨਿਡਰ ਹੋ ਕੇ ਆਹ ਕੰਮ ਇਹਨਾਂ ਵੱਲੋਂ ਕੀਤਾ ਗਿਆ। ਬੜੀ ਕੌਮ, ਬੜੇ ਲੋਕ ਇਹਨਾਂ ਦੇ ਨਾਲ ਜੁੜੇ ਤੇ ਫਿਰ ਇਹਨਾਂ ਨੇ ਉਸੇ ਪੈਟਰਨ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਪ੍ਰਚਾਰ ਜਿਹੜਾ ਹੈਗਾ ਉਹ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਆਪਾਂ ਦਰਬਾਰ ਸਾਹਿਬ ਦੇ ਵਿੱਚ ਤਾਂ ਇਹਨਾਂ ਦਾ ਮਤਲਬ ਕੀਰਤਨ ਬੰਦ ਹੋ ਗਿਆ ਸੀ ਤੇ ਇਹਨਾਂ ਨੇ ਫਿਰ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਕੀਰਤਨ ਸ਼ੁਰੂ ਕਰ ਦਿੱਤਾ। ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਇਹ ਕੀਰਤਨ ਕਰਨ ਲੱਗ ਪਏ, ਜਿਵੇਂ ਇੰਗਲੈਂਡ ਵੀ ਆਏ ਸੀ,
ਤੇ ਇੱਥੇ ਵੀ ਇਹਨਾਂ ਨੇ ਆ ਕੇ ਬਾਦਲਾਂ ਦੇ ਖਿਲਾਫ ਜਿਹੜੀ ਹੈ ਆਪਣੇ ਕੀਰਤਨ ਦੇ ਕਰਦਿਆਂ ਗੱਲਬਾਤ ਜਿਹੜੀ ਕਰਦੇ ਹੁੰਨੇ ਆ, ਉਹਦੇ ਵਿੱਚ ਬਾਦਲਾਂ ਦੀ ਜਿਹੜੀ ਹਰ ਗੱਲ ਜਿਹੜੀ ਕਰਨੀ, ਉਹਨਾਂ ਦੇ ਖਿਲਾਫ ਬੋਲਣਾ, ਸੋ ਲੋਕਾਂ ਨੂੰ ਪਸੰਦ ਆਉਂਦਾ ਸੀਗਾ। ਤੇ ਇਸੇ ਕਰਕੇ ਭਾਈ ਵਡਾਲਾ ਦੀ ਜਿਹੜੀ ਪ੍ਰਸਿੱਧੀ ਹੈ ਉਹ ਕੌਮ ਦੇ ਵਿੱਚ ਜਿਹੜੀ ਆ ਦਿਨ ਪਰ ਦਿਨ ਵੱਧਦੀ ਗਈ। ਚੰਗਾ ਚੱਕਰ ਸੀ ਇੱਕ, ਮਤਲਬ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਵਧੀਆ ਸੀ, ਕਿਉਂਕਿ ਬਾਦਲਾਂ ਦੇ ਖਿਲਾਫ ਬੋਲਣਾ ਵੀ ਇੱਕ ਮੰਨਿਆ ਜਾਂਦਾ ਸੀ ਵੀ ਕੋਈ ਬੋਲਦਾ ਹੈ। ਪਰ ਇਹਨਾਂ ਵੱਲੋਂ ਬਾਦਲਾਂ ਵਾਲਾ ਚੁਣਚਣਾ ਜਿਹੜਾ ਹੈ ਉਹ ਵਜਾ ਕੇ ਤੇ ਸਿੱਖਾਂ ਨੂੰ ਆਪਣੇ ਵੱਲ ਕਰਨਾ, ਮਤਲਬ ਕਿ ਲੋਕਾਂ ਦੀ ਵਾਹ ਖੱਟਣੀ, ਇਹ ਸਾਰਾ ਕੁਝ ਜਿਹੜਾ ਹੈ ਉਹ ਕੀਤਾ ਗਿਆ। ਅਸੀਂ ਇਹਦੇ ਬਾਰੇ ਕਦੇ ਵੀ ਨਹੀਂ ਬੋਲੇ ਹੈਗੇ। ਕੋਈ ਵੀ ਆਮ ਸਿੱਖ ਜਾਂ ਫਿਰ ਕੋਈ ਜਾਗਰੂਕ ਜਿਹੜਾ ਸਿੱਖ ਹੈਗਾ ਉਹ ਕਦੇ ਵੀ ਨਹੀਂ ਬੋਲਿਆ ਕਿ ਭਾਈ ਵਡਾਲਾ ਜੀ ਤੁਸੀਂ ਕਿਉਂ ਕਰਦੇ ਹੋ ਇਦਾਂ। ਉਹਨਾਂ ਨੂੰ ਵਧੀਆ ਲੱਗਦਾ ਕਿ ਚਲੋ ਕੋਈ ਤਾਂ ਬੋਲ ਰਿਹਾ ਬਾਦਲਾਂ ਦੇ ਖਿਲਾਫ, ਮਤਲਬ ਬਾਦਲਾਂ ਨੇ ਵੀ ਬਹੁਤ ਕੁਝ ਕੀਤਾ, ਸੋ ਭਾਈ ਵਡਾਲਾ ਜੇਕਰ ਬੋਲ ਰਹੇ ਆ ਤੇ ਕੋਈ ਮਾੜੀ ਗੱਲ ਨਹੀਂ ਹੈ ਨਾ। ਬੜਾ ਸਤਿਕਾਰ ਇਹਨਾਂ ਦਾ ਜਿਹੜਾ ਹੈ ਉਹ ਕਰਦੇ ਰਹੇ। ਪਰ ਇਹਨਾਂ ਵੱਲੋਂ ਜੇ ਇਹਨਾਂ ਦੀ ਵੀ ਇੱਕ ਭਾਈ ਜਥੇਦਾਰ ਰਣਜੀਤ ਸਿੰਘ ਹੋਰਾਂ ਦੀ ਵੀ ਗੱਲ ਕਰਾਂਗੇ, ਜਿਨ੍ਹਾਂ ਨੇ ਜਿਹੜਾ ਨਿਰੰਕਾਰੀ ਜਿਹੜਾ ਕਾਂਡ ਹੋਇਆ ਸੀ, ਸੋ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ। ਮਤਲਬ ਇਹਨਾਂ ਦੇ ਵੱਲੋਂ ਹਰ ਜਗ੍ਹਾ ਦੇ ਉੱਤੇ ਬਾਦਲਾਂ ਖਿਲਾਫ ਕਿ ਬਾਦਲ ਕੋੜਮਾ, ਬਾਦਲਾਂ ਨੇ ਆਹ ਕਰ ਦਿੱਤਾ, ਬਾਦਲਾਂ ਨੇ ਇਹ ਕਰ ਦਿੱਤਾ, ਇਸ ਕਰਕੇ ਇਹ ਪ੍ਰਸਿੱਧੀ ਖੱਟਦੇ ਰਹੇ। ਪਰ ਸਮੇਂ ਦਰ ਸਮੇਂ ਇਹਨਾਂ ਵੱਲੋਂ ਕੁਝ ਐਸੀਆਂ ਜਿਹੜੀਆਂ ਤਕਰੀਰਾਂ ਕੀਤੀਆਂ ਗਈਆਂ ਜਿਹੜੀਆਂ ਕੌਮ ਦੇ ਪੱਖ ਦੇ ਵਿੱਚ ਵੀ ਨਹੀਂ ਸੀਗੀਆਂ, ਪਰ ਇਹਨਾਂ ਨੂੰ ਫਿਰ ਵੀ ਆਪਾਂ ਕਹਿੰਦੇ ਰਹੇ ਵੀ ਚਲੋ ਕੋਈ ਗੱਲ ਨਹੀਂ, ਮਤਲਬ ਕਿ ਕੌਮ ਦੇ ਖਿਲਾਫ ਹੋ ਕੇ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਕਈ ਵਾਰ, ਪਰ ਆਪਾਂ ਫਿਰ ਵੀ ਸੋਚਦੇ ਰਹੇ ਵੀ ਚਲੋ ਕੋਈ ਗੱਲ ਨਹੀਂ, ਏਡੀ ਨਹੀਂ ਗੱਲ ਹੈਗੀ ਕਿ ਬਹੁਤ ਵਧੀਆ ਇਨਸਾਨ ਨੇ, ਇਹਨਾਂ ਨੇ ਏਡਾ ਕੰਮ ਕੀਤਾ। ਇਹ ਬਾਦਲ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਆਏ ਤੇ ਇਹਨਾਂ ਨੇ ਉਸ ਵੇਲੇ ਇਹ ਜਿਹੜਾ ਸ਼ਬਦ ਬੋਲ ਦਿੱਤਾ, ਕੁੱਤਾ ਰਾਜ ਬਹਾਲੀਏ, ਸੋ ਬੜੀ ਵੱਡੀ ਗੱਲ ਹੈ ਜੀ, ਆਪਾਂ ਬਹੁਤ ਵਧੀਆ ਗੱਲ ਮੰਨਦੇ ਸੀ। ਪਰ ਗੱਲ ਇੱਥੇ ਆ ਜਾਂਦੀ ਹੈ ਭਈ ਕੀ ਸਿੱਖਾਂ ਨੂੰ ਭਾਰਤ ਜਾਂ ਪੰਜਾਬ ਦੇ ਵਿੱਚ ਸਿਰਫ ਬਾਦਲਾਂ ਨੇ ਲੁੱਟਿਆ? ਹੁਣ ਜਿਹੜੀ ਮੇਨ ਗੱਲ ਕਰਨ ਵਾਲੀ ਹੈ, ਹੁਣ ਇਹ ਇੱਥੋਂ ਤੁਹਾਨੂੰ ਮੈਂ ਇਹ ਦੱਸੂਗਾ ਵੀ ਇਹ ਗੁੰਮਰਾਹ ਕਰ ਰਹੇ ਨੇ। ਭਾਈ ਬਲਦੇਵ ਸਿੰਘ ਵਡਾਲਾ ਗੁੰਮਰਾਹ ਕਰ ਰਹੇ ਸਿੱਖਾਂ ਨੂੰ। ਉਹ ਕਿਵੇਂ ਕਰ ਰਹੇ ਆ? ਉਹ ਸਿੱਧੀ ਜੀ ਗੱਲ ਹੈ ਕਿ ਜਦੋਂ ਤੁਸੀਂ ਕਹੀ ਜਾਓਗੇ ਕਿ ਬਾਦਲਾਂ ਨੇ ਕੀਤਾ, ਤਾਂ ਫਿਰ ਇਹਦਾ ਮਤਲਬ ਤੁਸੀਂ ਗੁੰਮਰਾਹ ਕਰ ਰਹੇ ਹੋ, ਜਦ ਕਿ ਇਹ ਕੰਮ ਜਿਹੜਾ ਤੁਹਾਡੇ ਨਾਲ ਸਟੇਟ ਕਰ ਰਹੀ ਹੈ। ਜਦੋਂ ਆਪਾਂ ਇੰਦਰਾ ਗਾਂਧੀ ਦੀ ਗੱਲ ਕਰਦੇ ਹਾਂ ਤਾਂ ਇੰਦਰਾ ਗਾਂਧੀ ਕੋਈ ਨਾ ਸ਼੍ਰੋਮਣੀ ਅਕਾਲੀ ਦਲ ਬਾਦਲ ਚੋਂ ਸੀ, ਨਾ ਬੀਜੇਪੀ ਚੋਂ ਸੀਗੀ, ਉਹ ਕਾਂਗਰਸ ਚੋਂ ਸੀਗੀ। ਮਤਲਬ ਉਹਨੇ ਵੀ ਉਹੀ ਸਾਰਾ ਕੁਝ ਕੀਤਾ। ਇੰਦਰਾ ਗਾਂਧੀ ਨੇ ਵੀ ਆਪਣੇ ਟਾਈਮ ਦੇ ਵਿੱਚ ਉਹ ਕੀਤਾ ਸਾਰਾ ਕੁਝ, ਠੀਕ ਹੈ ਜੀ। ਉਸ ਤੋਂ ਬਾਅਦ ਜੇ ਰਾਜੀਵ ਗਾਂਧੀ ਦੀ ਗੱਲ ਕਰ ਲਈਏ, ਉਹਨਾਂ ਨੇ ਵੀ ਕੀਤਾ। ਅੱਜ ਜਦੋਂ ਬੀਜੇਪੀ ਦੀ ਆਪਾਂ ਗੱਲ ਕਰਦੇ ਹਾਂ ਵੀ ਆਰਐਸਐਸ ਦਾ ਵਿੰਗ ਹੈ, ਇਹ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਤੇ ਲੱਗੇ ਹੋਏ ਨੇ, ਆਪਾਂ ਉਹਨਾਂ ਨੂੰ ਵੀ ਉਸੇ ਤਰੀਕੇ ਨਾਲ ਦੇਖਦੇ ਹਾਂ। ਸੋ ਜਦੋਂ ਭਾਈ ਵਡਾਲਾ ਇਹ ਸਿੱਖਾਂ ਨੂੰ ਗੁੰਮਰਾਹ ਕਰਦੇ ਨੇ ਕਿ ਸਿਰਫ ਬਾਦਲ ਜਿਹੜੇ ਹੈਗੇ ਆ, ਉਹਨਾਂ ਨੂੰ ਬਾਦਲ ਕੋੜਮੇ ਨੂੰ ਪੰਥਕ ਸਫਾਵਾਂ ਚੋਂ ਹਟਾਓ, ਮਤਲਬ ਕਿ ਇਹਨਾਂ ਦਾ ਇੱਕੋ ਇੱਕ ਮਕਸਦ ਹੈਗਾ ਕਿ ਆਪਾਂ ਸ਼੍ਰੋਮਣੀ ਕਮੇਟੀ ਜਿੱਤੀਏ। ਸ਼੍ਰੋਮਣੀ ਕਮੇਟੀ ਜਿੱਤਣ ਤੱਕ ਇਹਨਾਂ ਨੂੰ ਲੱਗਦਾ ਕਿ ਜਦੋਂ ਸ਼੍ਰੋਮਣੀ ਕਮੇਟੀ ਆਪਾਂ ਜਿੱਤ ਲਈ ਤਾਂ ਸਿੱਖਾਂ ਦੇ ਸਾਰੇ ਮਸਲੇ ਹੱਲ ਹੋ ਜਾਣਗੇ, ਪਰ ਇਸ ਤਰ੍ਹਾਂ ਬਿਲਕੁਲ ਨਹੀਂ ਹੈਗਾ। ਸ਼੍ਰੋਮਣੀ ਕਮੇਟੀ ਜਿੱਤਣ ਦੇ ਨਾਲ ਸਿੱਖਾਂ ਦੇ ਸਾਰੇ ਮਸਲੇ ਹੱਲ ਨਹੀਂ ਹੁੰਦੇ, ਪਰ ਇਹ ਗੁੰਮਰਾਹ ਕਰ ਰਹੇ ਨੇ। ਗੁੰਮਰਾਹਕੁਨ ਪ੍ਰਚਾਰ ਇਹ ਹੁੰਦਾ ਕਿ ਜਦੋਂ ਕਰ ਕੋਈ ਰਿਹਾ ਹੋਵੇ ਤਾਂ ਤੁਸੀਂ ਇੱਕ ਧਿਰ ਜਿਹੜਾ ਇੱਕ ਪਾਰਟ ਆਪਾਂ ਕਹਿ ਲਓ, ਬਾਦਲ ਤਾਂ ਉਹਨਾਂ ਦਾ ਇੱਕ ਪਾਰਟ ਹੈ। ਬਾਦਲ ਕੋੜਮਾ ਜਿਹਦੀ ਗੱਲ ਕਰਦੇ ਨਾ ਭਾਈ ਬਲਦੇਵ ਸਿੰਘ ਵਡਾਲਾ, ਉਹ ਇੱਕ ਪਾਰਟ ਹੈ ਉਹਨਾਂ ਦਾ, ਮਤਲਬ ਕਿ ਇੱਕ ਪੱਤਾ ਹੈ। ਜੇ ਆਪਾਂ ਸ਼ਤਰੰਜ ਦੀ ਗੱਲ ਕਰੀਏ, ਇੱਕ ਉਹਨਾਂ ਦਾ ਜਿਹੜਾ ਕੀ ਕਹਿੰਦੇ ਹੁੰਦੇ ਸ਼ਤਰੰਜ ਦੀ ਜਿਹੜੀ ਗੇਮ ਹੁੰਦੀ ਹੈ, ਉਹਦੇ ਵਿੱਚ ਇੱਕ ਮੋਹਰਾ ਆਪਾਂ ਕਹਿ ਸਕਦੇ ਹਾਂ ਨਾ, ਉਹ ਨੇ ਉਹ। ਪਰ ਉਹਨਾਂ ਤੋਂ ਇਲਾਵਾ ਬਹੁਤ ਕੁਝ ਹੈ। ਪਰ ਭਾਈ ਬਲਦੇਵ ਸਿੰਘ ਵਡਾਲਾ ਹਮੇਸ਼ਾ ਗੱਲ ਕਰਦੇ ਨੇ ਬਾਦਲਾਂ ਦੀ, ਕਿ ਬਾਦਲਾਂ ਨੂੰ ਜੇਕਰ ਆਪਾਂ ਸ਼੍ਰੋਮਣੀ ਕਮੇਟੀ ਚੋਂ ਪਾਸੇ ਕਰ ਦਈਏ ਤਾਂ ਸਿੱਖ ਕੌਮ ਦਾ ਭਲਾ ਹੋ ਜਾਊਗਾ। ਪਹਿਲੀ ਗੱਲ ਤਾਂ ਇਹ ਹੈ ਕਿ ਕਦੇ ਵੀ ਤੁਹਾਡੀ ਸ਼੍ਰੋਮਣੀ ਕਮੇਟੀ ਉਹਨਾਂ ਤੋਂ ਛੁਟਕਾਰਾ ਜਿਹੜਾ ਹੈਗਾ ਉਹ ਤੁਸੀਂ ਨਹੀਂ ਦਿਵਾ ਸਕਦੇ। ਪਹਿਲੀ ਗੱਲ ਤਾਂ ਇਹ ਹੈ, ਠੀਕ ਹੈ ਜੀ। ਕਦੇ ਵੀ ਤੁਸੀਂ ਛੁਟਕਾਰਾ ਨਹੀਂ ਦਿਵਾ ਸਕਦੇ, ਸ਼੍ਰੋਮਣੀ ਕਮੇਟੀ ਤੁਹਾਡੇ ਅੰਡਰ ਆ ਨਹੀਂ ਸਕਦੀ। ਪਹਿਲੀ ਗੱਲ ਇਹ ਹੈ। ਦੂਜੀ ਗੱਲ ਆਪਾਂ ਜਥੇਦਾਰ ਰਣਜੀਤ ਸਿੰਘ ਹੋਰਾਂ ਦੀ ਵੀ ਕਰਦੇ ਹਾਂ, ਉਹਨਾਂ ਦਾ ਵੀ ਇਹੀ ਹੈ। ਉਹ ਵੀ ਬਾਦਲਾਂ ਖਿਲਾਫ ਬੋਲ ਕੇ ਤੇ ਬਹੁਤ ਪ੍ਰਸਿੱਧੀ ਖੱਟ ਰਹੇ, ਬਾਦਲ ਕੋੜਮਾ। ਤੁਹਾਨੂੰ ਕੀ ਲੱਗਦਾ ਹੈ ਕਿ ਬਾਦਲ ਨੇ ਜਿਹੜੇ ਉਹ ਆਪ ਮੁਹਾਰੇ ਇਹ ਸਾਰਾ ਕੁਝ ਕਰ ਰਹੇ ਸੀ? ਆਪ ਮੁਹਾਰੇ ਬਾਦਲ ਸਾਰਾ ਕੁਝ ਇਹ ਕਰਦੇ ਰਹੇ ਹੁਣ ਤੱਕ? ਨਹੀਂ, ਬਾਦਲ ਇਕੱਲੇ ਕੁਝ ਨਹੀਂ ਕਰ ਸਕਦੇ।
ਇਹ ਪਾਵਰਾਂ ਹੁੰਦੀਆਂ, ਬਹੁਤ ਪਿੱਛੇ ਤੱਕ ਹੈਗਾ ਇਹ ਸਾਰਾ ਕੁਝ ਤੁਸੀਂ ਜਾਣਦੇ ਹੋ। ਫਿਰ ਤੁਸੀਂ ਕਿਉਂ ਕੌਮ ਨੂੰ ਗੁੰਮਰਾਹ ਕਰ ਰਹੇ ਹੋ ਕਿ ਭਈ ਬਾਦਲ ਹੀ ਹੈ ਸਾਰਾ ਕੁਝ? ਠੀਕ ਹੈ ਜੀ, ਬਹੁਤ ਕੁਝ ਜਿਹੜਾ ਹੋਇਆ ਕਾਂਗਰਸ ਦੇ ਸਮੇਂ ਦੇ ਵਿੱਚ ਹੋਇਆ। ਆਪਾਂ 84 ਜੂਨ 84, ਨਵੰਬਰ 84, 55 ਹੋ ਗਿਆ, 1955 ਜਿਹੜਾ ਸੀਗਾ। ਮਤਲਬ ਇਹ ਟਾਈਮ ਟੂ ਟਾਈਮ ਬਹੁਤ ਕੁਝ ਹੁੰਦਾ ਆਇਆ, ਪਰ ਤੁਸੀਂ ਇਹ ਗੁੰਮਰਾਹ ਕਰ ਰਹੇ ਹੋ, ਇਹਦੇ ਵਿੱਚ ਤੁਹਾਡੀ ਗਲਤੀ ਆ। ਪਰ ਆਪਾਂ ਕਦੀ ਵੀ ਤੁਹਾਨੂੰ ਇਹ ਗੱਲ ਨਹੀਂ ਕਹੀ, ਬਹੁਤ ਸਾਰੇ ਸਿੱਖਾਂ ਨੇ ਨਹੀਂ ਤੁਹਾਨੂੰ ਕਦੀ ਵੀ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ। ਇਹ ਅਸਲ ਦੇ ਵਿੱਚ ਤੁਸੀਂ ਗੁੰਮਰਾਹ ਕਰ ਰਹੇ ਹੋ, ਤੁਸੀਂ ਅਸਲ ਨਿਸ਼ਾਨੇ ਤੋਂ ਭਟਕਾ ਰਹੇ ਹੋ ਲੋਕਾਂ ਨੂੰ। ਜਦੋਂ ਤੁਹਾਡੇ ਵਰਗੇ ਜਿਹੜੇ ਸੁਹਿਰਦ ਸਿੱਖ ਨੇ, ਜਿਨ੍ਹਾਂ ਦੀਆਂ ਕੁਰਬਾਨੀਆਂ ਨੇ, ਜੇ ਹੁਣ ਭਾਈ ਵਡਾਲਾ ਦੀ ਗੱਲ ਕਰੀਏ, ਕੀਰਤਨੀਏ ਬੜੇ ਵਧੀਆ ਨੇ, ਕੀਰਤਨ ਕਰਕੇ ਵਿੱਚ ਕੀਰਤਨ ਰੋਕ ਕੇ ਫਿਰ ਤੁਸੀਂ ਆਹ ਗੱਲ ਸ਼ੁਰੂ ਕਰਦੇ ਹੋ ਕਿ ਸਾਨੂੰ ਤੇ ਬਾਦਲਾਂ ਨੇ ਐਂ ਕਰ ਦਿੱਤਾ, ਬਾਦਲਾਂ ਨੇ ਉਹ ਕਰ ਦਿੱਤਾ, ਆਹ ਕਰ ਦਿੱਤਾ, ਉਹ ਕਰ ਦਿੱਤਾ। ਲੋਕ ਸਮਝਦੇ ਨੇ ਵੀ ਇੱਕ ਧਾਰਮਿਕ ਸਟੇਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੰਦਾ ਬੈਠਾ ਹੋਇਆ ਤੇ ਇਹਦੀ ਗੱਲ ਸੁਣਨੀ ਆਪਾਂ। ਸੁਣਦੇ ਨੇ ਬਜ਼ੁਰਗ, ਸੁਣਦੇ ਨੇ ਬੀਬੀਆਂ, ਸੁਣਦੀਆਂ। ਉੱਥੇ ਤੁਸੀਂ ਬਾਦਲਾਂ ਦੇ ਖਿਲਾਫ ਜਦੋਂ ਗੱਲ ਕਰਦੇ ਹੋ ਤੇ ਬਾਦਲਾਂ ਦੇ ਖਿਲਾਫ ਲੋਕਾਂ ਦੇ ਮਨਾਂ 'ਚ ਰੋਹ ਵੀ ਬੜਾ ਆਉਂਦਾ ਹੋਊਗਾ ਕਿ ਹਾਂ ਯਾਰ ਬਾਦਲ ਇੰਨੇ ਮਾੜੇ ਨੇ, ਬਾਦਲ ਇੰਨੇ ਮਾੜੇ ਆ। ਪਰ ਕੀ ਤੁਸੀਂ ਅਸਲ ਕਦੀ ਉਹਨਾਂ ਤਾਕਤਾਂ ਬਾਰੇ ਬੋਲਦੇ ਹੋ ਜਿਨ੍ਹਾਂ ਦੇ ਅੱਗੋਂ ਬਾਦਲ ਜਿਹੜੇ ਨੇ ਪੁਰਜੇ ਨੇ? ਨਹੀਂ ਬੋਲਦੇ, ਤੁਸੀਂ ਨਹੀਂ ਬੋਲਦੇ, ਤੁਸੀਂ ਉਹਨਾਂ ਦੇ ਖਿਲਾਫ ਨਹੀਂ ਬੋਲਦੇ, ਤੁਸੀਂ ਸਿਰਫ ਗੁੰਮਰਾਹ ਕਰ ਰਹੇ ਹੋ। ਤੇ ਇਹ ਗੁੰਮਰਾਹਕੁਨ ਪ੍ਰਚਾਰ ਜਿਹੜਾ ਤੁਹਾਡਾ ਚੱਲਦਾ ਆ ਰਿਹਾ ਤੇ ਇਹਦੇ ਖਿਲਾਫ ਮਤਲਬ ਕਹਿਣ ਦਾ ਵੀ ਤੁਹਾਨੂੰ ਕੋਈ ਨਹੀਂ ਸੀ ਬੋਲਦਾ ਵੀ ਚਲੋ ਬਾਦਲਾਂ ਖਿਲਾਫ ਬੋਲਣਾ ਕਿਹੜਾ ਮਾੜਾ ਹੈਗਾ ਹਨਾ। ਆਪਾਂ ਵੀ ਇਹ ਸੋਚਦੇ ਹਾਂ ਬਾਦਲਾਂ ਖਿਲਾਫ ਬੋਲਦਾ ਜੇ ਬੰਦਾ ਤੇ ਕੀ ਮਾੜਾ, ਚਲੋ ਕੋਈ ਗੱਲ ਨਹੀਂ, ਬੋਲਣ ਦਿਓ। ਪਰ ਅਸਲ ਦੇ ਵਿੱਚ ਇਹ ਪ੍ਰਚਾਰ ਹੈਗਾ ਗੁੰਮਰਾਹਕੁਨ, ਤੁਸੀਂ ਜੋ ਕਰ ਰਹੇ ਹੋ। ਪਹਿਲੀ ਤਾਂ ਇਹ ਗੱਲ ਹੈ ਹਨਾ। ਹੁਣ ਅੱਜ ਭਾਈ ਵਡਾਲਾ ਨੇ ਜਿਹੜੀ ਇੱਕ ਸਟੇਟਮੈਂਟ ਦਿੱਤੀ ਹੈ ਜੋ ਸੋਸ਼ਲ ਮੀਡੀਆ ਦੇ ਉੱਤੇ ਘੁੰਮ ਰਹੀ ਹੈ ਕਿ ਦੀਪ ਸਿੱਧੂ ਜਿਹੜਾ ਉਹ ਸ਼ਹੀਦ ਨਹੀਂ ਹੈਗਾ, ਉਹ ਕੌਮੀ ਯੋਧਾ ਨਹੀਂ ਹੈਗਾ। ਏਦਾਂ ਹੀ ਕਿਹਾ ਨਾ ਭਾਈ ਬਲਦੇਵ ਸਿੰਘ ਵਡਾਲਾ ਨੇ ਕਿ ਦੀਪ ਇਸ ਤਰ੍ਹਾਂ ਸੀ, ਉਸ ਤਰ੍ਹਾਂ ਸੀ। ਪਰ ਹੁਣ ਇੱਥੇ ਆਪਾਂ ਜਦੋਂ ਭਾਈ ਵਡਾਲਾ ਦੀ ਵੀ ਗੱਲ ਦੱਸ ਦਿੱਤੀ ਹੈ ਵੀ ਉਹ ਕੀ ਕਰ ਰਹੇ ਨੇ ਤੇ ਦੀਪ ਕੀ ਕਰ ਰਿਹਾ ਸੀਗਾ, ਹੁਣ ਦੋਨਾਂ 'ਚ ਫਰਕ ਦੇਖਿਓ। ਹੁਣ ਫਰਕ ਦੇਖਿਓ ਦੋਨਾਂ 'ਚ। ਇਹ ਸਿਰਫ ਬਾਦਲਾਂ ਖਿਲਾਫ ਬੋਲਣ ਵਾਲੇ, ਠੀਕ ਹੈ ਜੀ, ਬਾਦਲਾਂ ਦੇ ਖਿਲਾਫ ਬਾਦਲਾਂ ਨੇ ਆਹ ਕਰਤਾ, ਉਹ ਕਰਤਾ, ਜਿਵੇਂ ਮੈਂ ਦੱਸ ਰਿਹਾ ਤੁਹਾਨੂੰ। ਤੇ ਦੂਸਰੇ ਪਾਸੇ ਸੀਗਾ ਦੀਪ ਸਿੱਧੂ। ਦੀਪ ਨੇ ਨਾ ਬਾਦਲ ਛੱਡੇ, ਉਸ ਤੋਂ ਬਾਅਦ ਨਾ ਕਾਂਗਰਸ ਛੱਡੀ, ਨਾ ਝਾੜੂ ਵਾਲੇ ਛੱਡੇ, ਤੇ ਨਾ ਹੀ ਜਿਹੜੇ ਹੈ RSS ਵਾਲੇ ਛੱਡੇ, ਨਾ ਹੀ ਕੇਂਦਰ ਛੱਡਿਆ ਤੇ ਨਾ ਹੀ ਉਹ ਏਜੰਸੀਆਂ ਛੱਡੀਆਂ ਜਿਹੜੀਆਂ ਕੰਮ ਕਰਦੀਆਂ ਨੇ। ਸੋ ਇੱਕ ਪਾਸੇ ਦੀਪ ਸਿੱਧੂ ਆ, ਦੂਸਰੇ ਪਾਸੇ ਭਾਈ ਵਡਾਲਾ ਹੈ ਜਿਹੜਾ ਇਹ ਸਮਝਦਾ ਕਿ ਮੈਂ ਬਾਦਲਾਂ ਦਾ ਵਿਰੋਧ ਕਰ ਲਿਆ ਤੇ ਮੈਂ ਬਹੁਤ ਵੱਡਾ ਕੰਮ ਕਰ ਦਿੱਤਾ ਕੌਮ ਵਾਸਤੇ, ਕੌਮ ਤਾਂ ਮੇਰੀ ਪੈਰ ਧੋ ਪੀਵੇ। ਇੱਕ ਉਹ ਹੋ ਗਿਆ। ਤੇ ਉਹ ਸ਼ਖਸ ਜਿਹੜਾ ਬਾਦਲਾਂ ਖਿਲਾਫ ਬੋਲਦਾ ਸੀ, ਉਹ ਚੰਗਾ ਭਲਾ, ਵਿਦੇਸ਼ਾਂ ਦੀ ਸੈਰ ਵੀ ਕਰਦਾ, ਜਿਉਂਦਾ ਤੇ ਆਨੰਦ ਵੀ ਮਾਣਦਾ, ਜਿਹੜੇ ਉਹ ਮਾਣਨੇ ਹੋਣਗੇ ਉਹਨੇ। ਠੀਕ ਹੈ, ਸ਼੍ਰੋਮਣੀ ਕਮੇਟੀ ਦੇ ਖਿਲਾਫ ਕਈ ਵਾਰੀ ਖੜ ਜਾਂਦਾ ਹੁੰਦਾ, ਉੱਥੇ ਵੀ ਉਹਨੂੰ ਕੁਝ ਨਹੀਂ ਕਿਹਾ ਜਾਂਦਾ, ਕੋਈ ਹੱਥੋਂ ਪਾਈ ਨਹੀਂ ਹੁੰਦੀ, ਕੋਈ ਕੁੱਟ ਨਹੀਂ, ਕੋਈ ਕੁਝ ਨਹੀਂ ਹੈਗਾ ਨਾ। ਹੋਇਆ ਨਾ, ਆਪਾਂ ਦੇਖਿਆ ਭਾਈ ਵਡਾਲੇ ਬਾਰੇ। ਪਰ ਦੂਸਰੇ ਪਾਸੇ ਉਹ ਦੀਪ ਸਿੱਧੂ ਹੈ ਜਿਹੜਾ ਹਰ ਇੱਕ ਦੇ ਖਿਲਾਫ ਜਿਹੜਾ ਸੀਗਾ ਉਹਨੇ ਅਸਲ ਦੇ ਵਿੱਚ ਜਿਹੜੀ ਗੱਲ ਹੈ ਕੱਢ ਕੇ ਰੱਖ ਦਿੱਤੀ। ਭਾਈ ਆਹ ਗੱਲ ਹੈ, ਆਹ ਗੱਲ ਹੈ, ਇਹ ਨਹੀਂ ਇਕੱਲੇ ਬਾਦਲਾਂ ਦੀ ਗੱਲ ਨਹੀਂ ਹੈਗੀ। ਉਹਨੇ ਤਾਂ ਝਾੜੂ ਦੇ ਖਿਲਾਫ ਵੀ ਕਰ ਦਿੱਤੀ ਗੱਲ, ਉਹਨੇ ਕਾਂਗਰਸ ਖਿਲਾਫ ਵੀ ਕਰ ਦਿੱਤੀ। ਹੁਣ ਮੈਂ ਅੱਜ ਇਸ ਲਾਈਵ ਦੇ ਵਿੱਚ ਜਿਹੜੀ ਉਹਨਾਂ ਦੀ ਸ਼ਬਦਾਵਲੀ ਸੀਗੀ, ਉਹਨਾਂ ਦੀ ਜਿਹੜੀ ਸਟੇਟਮੈਂਟ ਆਈ ਹੈ, ਉਹਦੇ ਵਿਰੋਧ ਦੇ ਵਿੱਚ ਮੈਂ ਆਹ ਗੱਲ ਕਹਿਣਾ ਵੀ ਇੱਕ ਪਾਸੇ ਦੀਪ ਖੜਾ, ਇੱਕ ਪਾਸੇ ਤੁਸੀਂ ਖੜੇ ਹੋ। ਹੁਣ ਸੁਣਨ ਵਾਲੇ ਇਹ ਫੈਸਲਾ ਕਰਨਗੇ ਵੀ ਭਾਈ ਵਡਾਲਾ ਕੌਮ ਲਈ ਕੰਮ ਕਰ ਰਿਹਾ ਸੀ ਜਾਂ ਦੀਪ ਸਿੱਧੂ ਕਰ ਰਿਹਾ ਸੀਗਾ। ਤੇ ਉਹਨੂੰ ਕਹਿੰਦੇ ਨਹੀਂ ਉਹ ਸ਼ਹੀਦ ਨਹੀਂ, ਉਹ ਕੌਮੀ ਯੋਧਾ ਨਹੀਂ ਹੋ ਸਕਦਾ, ਉਹ ਸੰਤ ਜਰਨੈਲ ਸਿੰਘ ਨਾਲ ਨਾ ਮਿਲਾਓ। ਉਹਦੇ ਉੱਤੇ ਵੀ ਗੱਲ ਕਰਦੇ ਆਪਾਂ ਮਿਲਾਉਂਦੇ ਨਹੀਂ, ਆਪਾਂ ਉਹਦੇ ਉੱਤੇ ਗੱਲ ਕਰਾਂਗੇ। ਏਦਾਂ ਮਿਲਾਉਣਾ ਵੀ ਨਹੀਂ ਹੈਗਾ, ਇਹ ਗੱਲ ਵੀ ਗਲਤ ਹੈਗੀ ਹੈ, ਇਹਦੇ ਉੱਤੇ ਵੀ ਗੱਲ ਕਰਦੇ ਆ। ਪਰ ਕੀ ਉਹ ਸ਼ਹੀਦ ਨਹੀਂ ਸੀ? ਦੀਪ ਸਿੱਧੂ ਜਿਹੜਾ ਹੈ ਭਾਈ ਵਡਾਲੇ ਅਨੁਸਾਰ ਉਹ ਨਾ ਤਾਂ ਕੌਮੀ ਯੋਧਾ ਤੇ ਨਾ ਹੀ ਕੌਮੀ ਸ਼ਹੀਦ ਹੈ। ਤੇ ਜੇ ਹੁਣ ਆਪਾਂ ਇਸ ਬਾਰੇ ਗੱਲ ਕਰ ਲਈਏ ਵੀ ਆ ਜਿਹੜੀ ਭੂਮਿਕਾ ਹੈਗੀ ਆ ਭਾਈ ਵਡਾਲੇ ਦੀ ਹੈ, ਦੂਸਰੇ ਪਾਸੇ ਦੀਪ ਸਿੱਧੂ ਦੀ ਹੈ। ਠੀਕ ਹੈ, ਤੇ ਦੀਪ ਸਿੱਧੂ ਦੇ ਨਾਲ ਕਿਹੜਾ ਭਾਣਾ ਵਾਪਰਿਆ, ਕੀ ਹੋਇਆ? ਤੇ ਤੁਸੀਂ ਵਿਦੇਸ਼ਾਂ ਦੀ ਸੈਰ ਵੀ ਕਰਦੇ ਹੋ, ਤੁਸੀਂ ਪੰਜਾਬ 'ਚ ਵੀ ਵਿਚਰਦੇ ਹੋ, ਤੁਸੀਂ ਕਦੇ ਦਿੱਲੀ ਦੀਆਂ ਚੋਣਾਂ ਲੜਦੇ ਹੋ, ਕਦੀ ਆਪਣੇ ਪੰਜਾਬ ਦੀਆਂ ਲੜਦੇ ਹੋ। ਤੁਹਾਨੂੰ ਸਾਰੀਆਂ ਖੁੱਲਾਂ ਨੇ,
ਤੁਸੀਂ ਹਰ ਜਗ੍ਹਾ ਇੱਕ ਬਹਿ ਜਾਂਦੇ ਹੋ, ਗੱਲਬਾਤ ਵੀ ਕਰਦੇ ਹੋ, ਪੈਸਾ ਵੀ ਕਮਾ ਰਹੇ ਹੋ ਵੱਡੇ ਵੱਡੇ ਸਟੇਜਾਂ ਦੇ ਉੱਤੇ ਕੀਰਤਨ ਕਰਕੇ। ਦੂਸਰੇ ਪਾਸੇ ਉਹ ਬੰਦਾ ਸੀ ਜਿਹਨੇ ਇੱਕ ਐਸਾ ਝੰਡਾ ਚੁੱਕਿਆ ਜਿਹਦੇ ਵਿੱਚ ਉਹਨੇ ਸਾਰੇ ਲਪੇਟ ਲਏ ਤੇ ਉਹਨੂੰ ਆਪਣੀ ਜਾਨ ਗਵਾਉਣੀ ਪਈ। ਤੇ ਤੁਸੀਂ ਅੱਜ ਇਹ ਕਹਿ ਰਹੇ ਹੋ, ਇੱਥੇ ਗੱਲ ਅਸਲ ਦੇ ਵਿੱਚ ਨਾ ਮੈਂ ਇਹ ਸਮਝਦਾ ਹਾਂ, ਮੈਂ ਨਾ ਬੜੇ ਦਿਨਾਂ ਤੋਂ ਇਹ ਗੱਲਾਂ ਕਰਨੀਆਂ ਚਾਹੁੰਦਾ, ਪਰ ਫਿਰ ਵਿੱਚ ਰੁਕ ਜੀਦਾ ਵੀ ਚਲੋ ਛੱਡੋ, ਕਾਹਨੂੰ ਆਪਾਂ ਕੀ ਲੈਣਾ, ਇੰਨੇ ਪੰਗਿਆਂ ਦੇ ਵਿੱਚ ਉਲਝ ਕੇ ਕੀ ਲੈਣਾ ਨਾ ਆਪਾਂ। ਪਰ ਗੱਲ ਪਤਾ ਕੀ ਹੈ, ਸਾਡੀ ਕੌਮ ਦੇ ਵਿੱਚ ਹੈਗਾ ਕਿ ਅਸੀਂ ਛੱਜ ਬਣਾਉਣਾ ਚਾਹੁੰਦੇ ਹੁੰਦੇ ਆ। ਛੱਜ ਸਾਡੇ ਸਿਰ ਦੇ ਉੱਤੇ ਵੱਜਿਆ ਰਵੇ। ਛੱਜ ਮਤਲਬ ਕਿ ਜਿਹਦੇ ਸਿਰ ਦੇ ਉੱਤੇ ਛੱਜ ਵੱਜਿਆ ਭਈ ਇਹ ਹੀ ਹੈ ਸਭ ਕੁਝ। ਤੇ ਸਾਡੇ ਜ਼ਿਆਦਾ ਜਿਹੜਾ ਲੁੰਗ ਲੈਣਾ ਇਹੋ ਜਿਹਾ ਹੈਗਾ ਜਿਹਨੂੰ ਕੁਝ ਨਹੀਂ ਪਤਾ, ਜਿਹਨੂੰ ਕੋਈ ਵੀ ਲੈਣ ਦੇਣ ਨਹੀਂ ਹੈਗਾ ਕੋਈ ਮਸਲਿਆਂ ਦੇ ਨਾਲ, ਠੀਕ ਹੈ। ਉਹ ਚਾਹੁੰਦਾ ਕਿ ਛੱਜ ਜਿਹੜਾ ਹੈਗਾ ਪ੍ਰਧਾਨਗੀ ਵਾਲਾ, ਆਪਾਂ ਜਾਂ ਕਹਿ ਲਈਏ ਵੀ ਮੁੱਖ ਸੇਵਾਦਾਰ ਹੋ ਗਏ ਜਥੇਬੰਦੀਆਂ ਦੇ ਜਾਂ ਹੋਰ, ਵੀ ਸਾਡੇ ਸਿਰ ਦੇ ਉੱਤੇ ਵੱਜਾ ਰਵੇ, ਠੀਕ ਹੈ। ਤੇ ਜਦੋਂ ਉਹਨਾਂ ਨੂੰ ਕੋਈ ਲੱਗਦਾ ਵੀ ਸਾਡੇ ਤੋਂ ਉੱਤੇ ਵਾਲਾ ਬੰਦਾ ਆ ਗਿਆ ਤੇ ਫਿਰ ਉਹਨਾਂ ਦੀ ਅੱਖਾਂ 'ਚ ਚੁੱਭਣ ਲੱਗ ਪੈਂਦਾ। ਇਹੀ ਕੰਮ ਜਿਹੜਾ ਹੈ ਖਾੜਕੂ ਸੰਘਰਸ਼ ਵੇਲੇ ਵੀ ਕੀਤਾ ਗਿਆ ਕਿ ਜਿਹੜਾ ਕੋਈ ਲੱਗਦਾ ਸੀ ਆਪਸੀ ਇੱਕੋ ਲਹਿਰ ਨੂੰ ਲੈ ਕੇ, ਇੱਕੋ ਸੋਚ ਨੂੰ ਲੈ ਕੇ ਸਾਰੇ ਚੱਲੇ ਹੋਏ ਸੀਗੇ। ਪਰ ਉੱਥੇ ਵੀ ਇਹੀ ਗੱਲ ਹੋਈ ਵੀ ਜਿਹੜਾ ਮੇਰੇ ਤੋਂ ਚੜ੍ਹਦਾ ਤੇ ਮੈਂ ਉਹਨੂੰ ਜਰਦਾ ਨਹੀਂ। ਇਹੀ ਜਿਹੜਾ ਕੰਮ ਹੈਗਾ 84 ਦੇ ਅਟੈਕ ਦਾ ਵੀ ਕਾਰਨ ਬਣਿਆ, ਠੀਕ ਹੈ। ਉਸ ਵੇਲੇ ਕਿਵੇਂ ਇਹ ਸਾਰਾ ਕੁਝ ਕੀਤਾ ਗਿਆ ਵੀ ਸੰਤ ਜਿਹੜੇ ਨੇ ਉਹ ਸਾਡੇ ਫੇਵਰ 'ਚ ਨਹੀਂ ਆਉਂਦੇ ਜਾਂ ਫਿਰ ਸਾਡੇ ਤੋਂ ਸਾਂਭੇ ਨਹੀਂ ਜਾਂਦੇ ਤੇ ਆ ਜਾਓ। ਇਹੀ ਚੀਜ਼ ਜਿਹੜੀ ਹੈ ਬਾਅਦ ਵਿੱਚ ਵੀ ਚੱਲੀ ਹੈ। ਖਾੜਕੂ ਸੰਘਰਸ਼ ਦੇ ਵਿੱਚ ਮੁਖਬਰੀਆਂ ਕਰਨ ਵਾਲੇ ਵੀ ਉਹੋ ਹੀ ਲੋਕ ਸੀ ਜਿਨ੍ਹਾਂ ਨੇ ਖਾੜਕੂਆਂ ਵਰਗੀਆਂ ਹੀ ਜਿਹੜੀਆਂ ਲੰਬੀਆਂ ਲੰਬੀਆਂ ਦਾੜੀਆਂ ਰੱਖੀਆਂ ਹੋਈਆਂ, ਦਮਾਲੇ ਵੀ ਉਹਨਾਂ ਵਰਗੇ ਬੰਨੇ ਹੋਏ ਸੀਗੇ। ਤੇ ਅੱਜ ਵੀ ਉਹੀ ਸੋਚ ਸਾਡੇ ਵਿੱਚ ਹੈਗੀ ਹੈ ਕਿ ਅਸੀਂ ਇੱਕ ਸਿੱਖ ਨੂੰ ਜੇਕਰ ਸੁਹਿਰਦ ਸਿੱਖ ਹੈਗਾ ਉਹਨੂੰ ਜਰਦੇ ਨਹੀਂ ਆਪਾਂ। ਭਾਈ ਵਡਾਲਾ ਦੀਆਂ ਜਿਹੜੀਆਂ ਗੱਲਾਂ ਤੋਂ ਮੈਨੂੰ ਇਹ ਵੀ ਜਿਹੜੀ ਮੁਸ਼ਕ ਜੀ ਆਈ ਹੈ ਕਿ ਇਹ ਮੋਨਾ ਹੋਣ ਕਰਕੇ ਦੀਪ ਦੇ ਉੱਤੇ ਜਿਹੜਾ ਇਹਨਾਂ ਨੇ ਟਾਰਗੇਟ ਕੀਤਾ, ਮੋਨਾ ਹੋਣ ਕਰਕੇ। ਤੇ ਹੁਣ ਮੈਂ ਫਰਕ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਦਿੱਤਾ ਕਿ ਉਹ ਮੋਨਾ ਸੀ ਤੇ ਉਹ ਗੱਲ ਕਰਦਾ ਸੀ ਜਿਹੜੀ ਟੀਸੀ ਦੇ ਬੇਰ ਵਾਲੀ, ਜਿਹੜੀ ਮਤਲਬ ਕਹਿ ਲਈਏ। ਤੇ ਇਹ ਭਾਈ ਵਡਾਲਾ ਹੋਰੀ ਹੋ ਗਏ, ਬਾਦਲਾਂ ਤੱਕ ਜਿਹੜੇ ਹੈਗੇ ਆ ਉੱਥੇ ਤੱਕ ਹੀ ਮਤਲਬ ਗੱਲ ਕਰਦੇ ਆ, ਠੀਕ ਹੈ। ਉਹ ਮੋਨਾ ਸੀ ਤੇ ਇਹਨਾਂ ਨੇ ਆਪਣੇ ਸਾਰਾ ਕੁਝ ਕੀਤਾ ਹੋਇਆ ਨਾ, ਅੰਮ੍ਰਿਤਧਾਰੀ ਸਿੰਘ ਨੇ। ਇਹ ਮਤਲਬ ਏਦਾਂ ਆਪਾਂ ਨੂੰ ਅੱਜ ਲੱਗਣ ਲੱਗ ਪਿਆ ਵੀ ਜਿਹੜਾ ਤਾਂ ਮੋਨਾ ਹੈਗਾ ਜਿਹਨੇ ਵਾਲ ਕੱਟੇ ਹੋਏ ਨੇ ਅੱਜ ਦੀ ਸਟੇਜ ਦੇ ਵਿੱਚ, ਮਤਲਬ ਇਹ ਨਹੀਂ ਆਪਾਂ ਫਿਊਚਰ ਦੀ ਗੱਲ ਕਰਦੇ, ਫਿਊਚਰ 'ਚ ਹੁੰਦਾ ਵੀ ਆਪਾਂ ਉਹ ਕੀ ਪਤਾ ਹੁੰਦਾ, ਕਿਹਦਾ ਕੀ ਪਤਾ ਹੁੰਦਾ ਵੀ ਕਦੋਂ ਉਹਨੇ ਸਿੰਘ ਸੱਜ ਜਾਣਾ ਹੈ, ਉਹਨੇ ਅੰਮ੍ਰਿਤਧਾਰੀ ਹੋ ਜਾਣਾ ਜਾਂ ਫਿਰ ਅਗਲੀ ਉਹਦੀ ਲਾਈਫ ਜਿਹੜੀ ਸ਼ੁਰੂ ਹੋ ਜਾਣੀ ਹੈ। ਪਰ ਜਿਹੜੀ ਅੱਜ ਦੀ ਉਹਦੀ ਸਟੇਜ ਹੈ, ਜੇਕਰ ਉਹ ਕੌਮ ਵਾਸਤੇ ਕੁਝ ਕਰਨਾ ਚਾਹਵੇ, ਇਹ ਲੋਕ ਕਰ ਨਹੀਂ ਦਿੰਦੇ ਉਹਨੂੰ। ਇਹੋ ਜਿਹੇ ਲੋਕ ਨਹੀਂ ਇਹ ਤੋਂ ਲਾਇਸੈਂਸ ਹੀ ਹੈ ਨਹੀਂ। ਲਾਇਸੈਂਸ ਕੀ, ਇਹ ਅੰਮ੍ਰਿਤਧਾਰੀ ਨਹੀਂ ਹੈਗਾ, ਇਹ ਕੰਮ ਕਰ ਨਹੀਂ ਸਕਦਾ। ਪਰ ਜਦੋਂ ਲੈਣੀਆਂ ਹੁੰਦੀਆਂ ਸੇਵਾਵਾਂ, ਜਦੋਂ ਸੇਵਾਵਾਂ ਲੈਣੀਆਂ ਹੁੰਦੀਆਂ ਜਾਂ ਫਿਰ ਇਕੱਠੇ ਕਰਨਾ ਹੁੰਦਾ ਲੋਕਾਂ ਨੂੰ, ਜਾਂ ਫਿਰ ਕਿਤੇ ਵੀ ਕੋਈ ਫਿਜ਼ੀਕਲ ਪ੍ਰੈਜ਼ੈਂਸ ਚਾਹੀਦੀ ਹੁੰਦੀ ਹੈ, ਤਾਂ ਉਦੋਂ ਆ ਸਾਰੇ ਮੋਨੇ ਜਿਹੜੇ ਨੇ ਉਹ ਤੁਹਾਨੂੰ ਚੰਗੇ ਵੀ ਲੱਗਦੇ ਆ। ਤੇ ਜਦੋਂ ਕਿਤੇ ਕੋਈ ਐਸਾ ਕੋਈ ਕ੍ਰੈਡਿਟ ਲੈਣ ਦੀ ਗੱਲ ਕਰਦਾ ਜਾਂ ਫਿਰ ਉਹ ਕ੍ਰੈਡਿਟ ਲੈ ਜਾਂਦਾ ਤੁਹਾਡੇ ਤੋਂ ਉੱਪਰ ਆ ਕੇ, ਫਿਰ ਤੁਹਾਨੂੰ ਉਹ ਮੋਨਾ ਲੱਗਣ ਲੱਗ ਪੈਂਦਾ। ਹਵਾਰਾ ਕਮੇਟੀ ਦੇ ਇੱਕ ਦਲਜੀਤ ਸਿੰਘ ਨਾਮ ਦਾ ਸ਼ਖਸ ਹੈ ਦਿੱਲੀ ਤੋਂ, ਕੋਈ ਉਹਦੀ ਆਡੀਓ ਵਾਇਰਲ ਹੋਈ ਹੈ ਨਾ, ਬੜਾ ਜ਼ਹਿਰ ਉਗਲ ਰਿਹਾ ਉਹ ਕਹਿੰਦਾ ਇਹ ਮੋਹਨ ਘੋਣ ਜਿਹੜਾ ਸੀਗਾ ਦੀਪ ਸਿੱਧੂ ਬਾਰੇ, ਉਹ ਕਿੱਦਾਂ ਅੱਗੇ ਆ ਗਿਆ। ਦੀਪ ਨੂੰ ਇਹਨਾਂ ਲੋਕਾਂ ਨੇ ਉਦੋਂ ਵੀ ਨਹੀਂ ਜਰਿਆ ਜਦੋਂ ਉਹ ਰਾਜਪਾਲ ਦੇ ਨਾਲ ਜਾ ਕੇ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰ ਰਿਹਾ ਸੀਗਾ। ਮਤਲਬ ਕਿ ਆਪਾਂ ਜਰਨਾ ਨਹੀਂ ਹੈਗਾ, ਸਾਡੇ ਤੋਂ ਉੱਪਰ ਵਾਲਾ ਬੰਦਾ ਨਾ ਕੋਈ ਆ ਜਾਵੇ। ਤੁਹਾਨੂੰ ਅਕਲ ਉਨੀ ਕੀ ਹੈ, ਤੁਹਾਡੇ ਗਿੱਟਿਆਂ ਤੱਕ, ਤੁਹਾਡੇ ਗੋਡਿਆਂ ਤੱਕ, ਤੁਹਾਡੀਆਂ ਲੱਕ ਤੱਕ ਹੈਗੀ ਆ। ਜੇਕਰ ਕੋਈ ਕਿਤੇ ਇੱਥੇ ਤੱਕ ਅਕਲ ਲੈ ਕੇ ਆ ਜਾਵੇ ਤਾਂ ਤੁਹਾਡੇ ਕੋਲ ਜਰਿਆ ਨਹੀਂ ਜਾਂਦਾ। ਮਤਲਬ ਆਹ ਚੀਜ਼ ਹੈ ਸਾਡੇ ਵਿੱਚ। ਬਹੁਤ ਸਾਰੇ ਨੇ ਬੜੇ ਅੱਜ ਵਿਰੋਧ ਕਰ ਰਹੇ ਨੇ, ਨਹੀਂ ਮੋਨਾ ਹੋ ਕੇ ਦੀਪ ਕਿੱਦਾਂ ਹੋ ਜੂ, ਫਿਲਮੀ ਐਕਟਰ ਹੋ ਕੇ ਦੀਪ ਕਿੱਦਾਂ ਹੋ ਜੂ, ਹੋਰ ਵੀ ਜਿਹੜੀਆਂ ਗੱਲਾਂ ਕਰਦੇ ਨੇ। ਉਹ ਭਾਈ ਤੁਸੀਂ ਤਾਂ ਐਡੀਆਂ ਲੰਬੀਆਂ ਦਾੜੀਆਂ ਰੱਖੀਆਂ, ਤੁਸੀਂ ਤਾਂ ਦਮਾਲੇ ਬੰਨਦੇ ਹੋ, ਤੁਸੀਂ ਤਾਂ ਸਿੰਘ ਹੋ, ਫਿਰ ਤੁਸੀਂ ਕਰ ਲਓ ਨਾ ਉਹ ਕੰਮ ਜਾ ਕੇ। ਅਸੀਂ ਤੁਹਾਡੇ ਪਿੱਛੇ ਆਉਨੇ ਆ, ਕਰੋ। ਦੀਪ ਤਾਂ ਗਰਾਊਂਡ ਦੇ ਉੱਤੇ ਆ ਕੇ ਉਹ ਸਾਰਾ ਕੁਝ ਕਰ ਗਿਆ ਸੀ,
ਪਰ ਤੁਹਾਡੇ ਕੋਲੋਂ ਤਾਂ ਫੇਸਬੁੱਕ ਦੇ ਉੱਤੇ ਵੀ ਸ਼ਕਲਾਂ ਨਹੀਂ ਦਿਖਾਈਆਂ ਜਾਂਦੀਆਂ। ਕਈ ਇਹੋ ਜਿਹੇ ਲੋਕ ਵੀ ਨੇ, ਉਹਨਾਂ ਨੂੰ ਕਹਿਦੀ ਨਾ ਵੀ ਲਾਈਵ ਆ ਕੇ ਗੱਲ ਕਰ ਲਓ ਭਾਈ, ਨਾ ਕੀਪੈਡ ਦੇ ਉੱਤੇ ਟਿਕ 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 ਕਰਕੇ ਕਹਿ ਦੇਣਾ ਵੀ ਹਾਂ ਇਹ ਕੌਮੀ ਯੋਧਾ ਨਹੀਂ ਹੈ, ਇਹ ਐ ਨਹੀਂ ਸੀਗਾ, ਇਹ ਐ ਸੀਗਾ, ਉਹ ਸੀਗਾ, ਹੈਨਾ। ਕਈਆਂ 'ਚ ਇੰਨੀ ਹਿੰਮਤ ਵੀ ਨਹੀਂ ਹੈਗੀ ਵੀ ਆਪਾਂ ਗੱਲ ਜਿਹੜੀ ਕਰ ਲਈਏ ਆਪਣੀ ਸ਼ਕਲ ਦਿਖਾ ਕੇ ਕਰ ਲਈਏ। ਤੇ ਤੁਸੀਂ ਗੱਲਾਂ ਕਰਦੇ ਹੋ ਉਹਨਾਂ ਲੋਕਾਂ ਦੀਆਂ ਜਿਹੜੇ ਗਰਾਊਂਡ ਦੇ ਉੱਤੇ ਵਿਚਰਦੇ ਨੇ। ਰਾਜਪਾਲ ਦੇ ਨਾਲ ਗੱਲ ਕਰਨ ਜਿਹੜਾ ਦੀਪ ਸਿੱਧੂ ਤੇ ਇੱਕ ਨਾਲ ਹੋਰ ਸਿੰਘ ਸੀ ਜਿਹੜੇ ਅੰਦਰ ਗਏ, ਉਹਨਾਂ ਨੇ ਜਾ ਕੇ ਵਧੀਆ ਤਰੀਕੇ ਨਾਲ ਗੱਲ ਕੀਤੀ। ਜਦੋਂ ਰਾਜਪਾਲ ਨੇ ਅੱਗੋਂ ਦੇਖਿਆ ਵੀ ਹਾਂ ਇਹ ਬੰਦਾ ਜਿਹੜਾ ਗੱਲ ਕਰਨ ਵਾਲਾ, ਇਹਨੂੰ ਤਾਂ ਮੈਂ ਕੋਈ ਜਵਾਬ ਹੋਰ ਦੇ ਹੀ ਨਹੀਂ ਸਕਦਾ। ਜਦੋਂ ਦੀਪ ਨੇ ਕਾਨੂੰਨਾਂ ਦੀ ਗੱਲ ਦੱਸੀ ਉਹਨਾਂ ਨੂੰ ਜਾ ਕੇ ਵੀ 25 ਸਾਲ ਤੋਂ ਉੱਪਰ ਕੋਈ ਵੀ ਬੰਦੇ ਨੂੰ ਤੁਸੀਂ ਰੱਖ ਨਹੀਂ ਸਕਦੇ, ਹਨਾ, ਤੇ ਰਾਜਪਾਲ ਨੇ ਇਹ ਗੱਲ ਮੰਨੀ ਸੀ। ਉਹਦੇ ਕੋਲ ਉਹ ਦੀਪ ਹੀ ਸੀਗਾ, ਨਹੀਂ ਤੇ ਅੱਗੇ ਪਿੱਛੇ ਤੁਹਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਆ। ਉਹ ਪਤਾ ਨਾ ਤੁਹਾਨੂੰ, ਕਦੀ ਖੂਨ ਦੇ ਪਿਆਲੇ ਲੈ ਕੇ ਜਾਂਦੇ ਹੋ, ਕਦੀ ਕੁਛ ਕਰਦੇ ਹੋ, ਕਦੀ ਕੁਛ ਧੱਕੇ ਮਾਰਦੇ ਨੇ ਤੁਹਾਡੇ ਤੇ, ਪਾਣੀ ਦੀਆਂ ਬੁਛਾੜਾਂ ਕਰਦੇ ਨੇ। ਉਹ ਦੀਪ ਸਿੰਘ ਸਿੱਧੂ ਹੀ ਸੀਗਾ ਜਿਹੜਾ ਤੁਹਾਨੂੰ ਰਾਜਪਾਲ ਦੇ ਕੋਲ ਲੈ ਗਿਆ, ਉੱਥੇ ਜਾ ਕੇ ਬਹਿ ਕੇ ਗੱਲ ਕੀਤੀ। ਮਾਫ ਕਰਨਾ, ਗੁੱਸਾ ਨਾ ਕਰਿਓ, ਪਰ ਲਿਆਕਤ ਦੀ ਗੱਲ ਹੁੰਦੀ ਹੈ। ਲਿਆਕਤ ਲੈ ਕੇ ਆਓ ਆਪਣੇ ਵਿੱਚ, ਇਹ ਨਹੀਂ ਫਿਰ ਤੁਸੀਂ ਵਿਰੋਧ ਕਰ ਲਿਓ ਕਿਸੇ ਦਾ। ਇਹ ਸਿੱਖੀ ਹੁੰਦੀ ਹੈ, ਇਹ ਸਿੱਖੀ ਹੁੰਦੀ ਹੈ ਵੀ ਹਾਂ ਅਸੀਂ ਜੋ ਕਰ ਰਹੇ ਹਾਂ ਬਸ ਉਹੀ ਆ, ਦੂਜਾ ਬੰਦਾ ਜੋ ਕਰ ਰਿਹਾ ਉਹ ਹੈ ਹੀ ਨਹੀਂ ਕੁਛ ਵੀ। ਐਦਾਂ ਨਹੀਂ, ਆਹ ਗੱਲਾਂ ਤੇ ਬਹੁਤ ਥੱਲੜੇ ਦਰਜੇ ਦੀਆਂ ਨੇ ਜਿਹੜੀਆਂ ਤੁਹਾਨੂੰ ਪਿੱਛੇ ਖਿੱਚ ਕੇ ਲੈ ਕੇ ਜਾਂਦੀਆਂ, ਤੁਹਾਨੂੰ ਪਿੱਛੇ ਨੂੰ ਲੈ ਕੇ ਜਾ ਰਹੀਆਂ। ਤੁਹਾਡੇ ਆਪਣੇ ਵਿਵਾਦ ਨਹੀਂ ਮੁੱਕਦੇ। ਦਲਜੀਤ ਸਿੰਘ ਸੀਗਾ ਆਪਣੇ ਹਵਾਰਾ ਕਮੇਟੀ ਦਾ, ਮੈਂ ਦੁਬਾਰਾ ਰਿਪੀਟ ਕਰ ਰਿਹਾ, ਇਹ ਦੇਖਿਓ ਕੌਣ ਆ ਬੰਦਾ। ਇਹ ਹਵਾਰਾ ਕਮੇਟੀ ਹੈ, ਠੀਕ ਹੈ, ਸਤਿਕਾਰ ਹੈ, ਪਰ ਇਹ ਨਹੀਂ ਇਹੋ ਜਿਹੇ ਬੰਦੇ ਜਿਹੜੇ ਕਹਿਣ ਉਹ ਮੋਹਨ ਕੌਣ ਸਾਡੀ ਅਗਵਾਈ ਕਰੂਗਾ, ਪਰ ਤੁਸੀਂ ਕਰ ਲਓ। ਤੁਹਾਨੂੰ ਰੋਕਿਆ ਕਿਸੇ ਨੇ? ਜਿਹੜੇ ਕੰਮ ਦੀਪ ਕਰਦਾ ਸੀ, ਅੱਛਾ ਸਿੰਪਲ ਗੱਲ ਹੈ, ਜਿਹੜੇ ਕੰਮ ਦੀਪ ਕਰਦਾ ਸੀ ਤੁਸੀਂ ਕਰ ਲਓ। ਤੁਹਾਨੂੰ ਕੋਈ ਰੋਕਦਾ ਨਹੀਂ, ਤੁਹਾਡੇ ਨਾਲ ਚੱਲਣਗੇ ਜੇਕਰ ਤੁਸੀਂ ਉਹ ਕੰਮ ਕਰੋਗੇ। ਤੁਹਾਡੇ ਨਾਲ ਚੱਲਣ ਨੂੰ ਤਿਆਰ ਨੇ ਸਾਰੇ, ਪਰ ਤੁਹਾਡੇ ਕੋਲ ਇੱਥੇ ਉਹ ਨਹੀਂ ਹੈਗਾ, ਇੱਥੇ ਜੋ ਦੀਪ ਦੇ ਸੀਗਾ ਉਹ ਜਜ਼ਬਾ ਨਹੀਂ ਹੈਗਾ ਤੁਹਾਡੇ ਕੋਲ। ਤੁਸੀਂ ਡਰਪੋਕ ਹੋ, ਜਾਂ ਫਿਰ ਕਹਿ ਲਓ ਤੁਹਾਡੇ ਕੋਲ ਗੱਲ ਹੀ ਨਹੀਂ, ਤੁਹਾਡੇ ਕੋਲ ਇੰਨਾ ਤੁਹਾਡਾ ਇੰਟੈਲੈਕਚੁਅਲ ਲੈਵਲ ਨਹੀਂ ਹੈਗਾ ਵੀ ਤੁਸੀਂ ਉਹਦੇ ਬਰਾਬਰ ਆ ਜਾਓ। ਸਿਰਫ ਤੁਸੀਂ ਵਿਰੋਧਤਾ ਕਰ ਸਕਦੇ ਹੋ ਜਿਹੜੀ ਤੁਸੀਂ ਕੀਤੀ ਹੈ ਤੇ ਹੁਣ ਵੀ ਕਰ ਰਹੇ ਹੋ, ਹਨਾ। ਹੁਣ ਭਾਈ ਵਡਾਲਾ ਵੀ ਉਹਨਾਂ 'ਚ ਆ ਜਾਂਦੇ ਨੇ। ਜਥੇਦਾਰ ਰਣਜੀਤ ਸਿੰਘ ਬਾਰੇ ਮੈਂ ਕੁਝ ਬੁਰਾ ਨਹੀਂ ਕਹੂੰਗਾ, ਪਰ ਉਹ ਵੀ ਬਾਦਲਾਂ ਤੱਕ ਸੀਮਤ ਨੇ, ਠੀਕ ਹੈ। ਉਹਨਾਂ ਨੇ ਕੁਝ ਇਸ ਤਰ੍ਹਾਂ ਦੀ ਐਂਟੀ ਸਟੇਟਮੈਂਟ ਨਹੀਂ ਦਿੱਤੀ, ਇਸ ਕਰਕੇ ਆਪਾਂ ਉਹਨਾਂ ਦੇ ਖਿਲਾਫ ਨਹੀਂ ਬੋਲਾਂਗੇ। ਸਤਿਕਾਰਯੋਗ ਨੇ, ਉਹਨਾਂ ਨੇ ਕੁਰਬਾਨੀਆਂ ਕੀਤੀਆਂ ਹੋਈਆਂ ਜੇਲ੍ਹ ਦੇ ਵਿੱਚ ਜਦੋਂ ਉਹ ਸੀ, ਤੇ ਉਹਨਾਂ ਨੂੰ ਜਿਤਾਇਆ ਗਿਆ ਤੇ ਫਿਰ ਲਿਆਂਦਾ ਗਿਆ ਬਾਹਰ, ਹਨਾ। ਉਹਨਾਂ ਦੀ ਕੋਈ ਐਸੀ ਸਟੇਟਮੈਂਟ ਨਹੀਂ ਹੈਗੀ, ਇਸ ਕਰਕੇ ਆਪਾਂ ਨਹੀਂ ਬੋਲਦੇ। ਪਰ ਭਾਈ ਵਡਾਲਾ ਜਾਂ ਫਿਰ ਹੋਰ ਜਿੰਨੇ ਐਸੇ ਲੋਕ ਨੇ ਜਿਹੜੇ ਬੋਲ ਰਹੇ ਨੇ, ਉਹ ਕੀ ਸੀ, ਉਹਨੂੰ ਏਦਾਂ ਮਿਲਾ ਦੇਣਾ, ਉਦਾਂ ਮਿਲਾ ਦੇਣਾ, ਜਿਹੜਾ ਹੈਗਾ ਉਹ ਏਦਾਂ ਨਹੀਂ ਹੁੰਦਾ ਜੀ, ਆਹ ਨਹੀਂ ਹੁੰਦਾ। ਕਰ ਲਓ ਫਿਰ ਤੁਸੀਂ, ਤੁਹਾਡੇ ਕੋਲ ਤਾਂ ਮੈਦਾਨ ਖੁੱਲਾ ਹੈ, ਤੁਸੀਂ ਉੱਥੇ ਵਿਚਰਦੇ ਹੋ। ਭਾਈ ਵਡਾਲਾ ਉੱਥੇ ਵਿਚਰਦੇ ਨੇ ਨਾ, ਕਿਰਪਾਨ ਉਹਨਾਂ ਨੇ ਵੀ ਚੱਕੀ ਹੁੰਦੀ ਹੈ 3 ਫੁੱਟ ਦੀ। ਕਰ ਲਓ ਭਾਈ, ਤੁਸੀਂ ਆ ਜਾਓ ਅੱਗੇ, ਤੁਸੀਂ ਕਰ ਲਓ, ਨੌਜਵਾਨੀ ਨੂੰ ਲੀਡ ਕਰੋ। ਨੌਜਵਾਨੀ ਜੇਕਰ ਤੁਹਾਡੇ ਪਿੱਛੇ ਆ ਜਾਂਦੀ ਹੈ ਤੇ ਫਿਰ ਠੀਕ ਹੈ, ਵਧੀਆ ਗੱਲ ਹੈ। ਫਿਰ ਤਾਂ ਆਪਾਂ ਕਵਾਂਗੇ ਵੀ ਹਾਂ ਆਹ ਲੀਡਰ ਸੀ ਭਾਈ ਦੀਪ ਸਿੱਧੂ, ਨਹੀਂ ਸੀਗਾ। ਅੱਜ ਜੇ ਲੋੜ ਹੈ ਪੰਜਾਬ ਨੂੰ ਜਾਂ ਸਿੱਖਾਂ ਨੂੰ, ਤਾਂ ਉਹ ਹੈਗੀ ਹੈ ਇੱਕ ਸਿਆਣੇ ਬੰਦੇ ਦੀ। ਤੁਹਾਡੇ ਕੋਲ ਸਿਆਣਪ ਨਹੀਂ ਹੈਗੀ ਭਾਈ, ਤੁਸੀਂ ਉਸ ਲੈਵਲ ਦੇ ਨਹੀਂ ਹੈਗੇ ਬੰਦੇ। ਤੁਸੀਂ ਉਲਝਾਇਆ ਹੋਇਆ ਲੋਕਾਂ ਨੂੰ, ਪੰਜਾਬੀਆਂ ਨੂੰ ਉਲਝਾਇਆ ਹੋਇਆ ਤੁਸੀਂ। ਬਾਦਲਾਂ ਨੇ ਐ ਕਰਤਾ, ਬਾਦਲ ਕੋੜਮਾ, ਬਾਦਲ ਕੋੜਮਾ। ਕੋੜਮੇ ਇੱਕ ਨੇ, ਤੁਸੀਂ ਅਸਲ ਗੱਲ ਕਰਦੇ ਹੀ ਨਹੀਂ, ਕਿਉਂਕਿ ਤੁਸੀਂ ਡਰਪੋਕ ਹੋ, ਤੁਸੀਂ ਅਸਲ ਦੇ ਵਿੱਚ ਡਰਦੇ ਹੋ। ਤੁਸੀਂ ਨਹੀਂ ਕਰ ਸਕਦੇ ਉਸ ਲੈਵਲ ਦੀ ਗੱਲ, ਤੇ ਜਿਹੜਾ ਕਰਦਾ ਤੁਸੀਂ ਉਹਦਾ ਵੀ ਵਿਰੋਧ ਕਰਦੇ ਹੋ। ਇਹਦਾ ਮਤਲਬ ਤੁਸੀਂ ਕਿਹਦੇ ਹੱਕ ਦੇ ਵਿੱਚ ਭੁਗਤ ਰਹੇ ਹੋ, ਇਹ ਤੁਸੀਂ ਆਪ ਹਿਸਾਬ ਲਾ ਲਓ, ਠੀਕ ਹੈ। ਅੱਛਾ ਜੀ, ਹੁਣ ਆਪਾਂ ਗੱਲ ਕਰਨੀ ਹੈ ਦੂਜੀ, ਕਿਉਂਕਿ ਕਈ ਵਾਰੀ ਲੰਬਾ ਹੋ ਜਾਂਦਾ ਕੰਮ, ਤੇ ਆਪਾਂ ਹੁਣ ਦੂਸਰੇ ਟੌਪਿਕ ਦੇ ਉੱਤੇ ਆਈਏ। ਦੂਸਰਾ ਟੌਪਿਕ ਜਿਹੜਾ ਮੈਂ ਲਿਖਿਆ ਵੀ ਹੋਇਆ ਟਾਈਟਲ ਦੇ ਵਿੱਚ, ਭਾਈ ਤਲਵਾੜਾ, ਭਾਈ ਪਲਵਿੰਦਰ ਸਿੰਘ ਤਲਵਾੜਾ ਸਾਡੇ ਬੜੇ ਸਤਿਕਾਰਯੋਗ ਨੇ, ਤੇ ਉਹਨਾਂ ਦੀ ਵੀ ਇੱਕ ਸਟੇਟਮੈਂਟ ਜੀ, ਸਪੀਚ ਹੈ ਉਹਨਾਂ ਦੀ, ਸਟੇਜ ਦੇ ਉੱਪਰ ਹੈ, ਮਤਲਬ ਸੰਬੋਧਨ ਕਰ ਰਹੇ ਨੇ ਉਹ ਇਕੱਠ ਨੂੰ, ਹਨਾ। ਤੇ ਉੱਥੇ ਉਹਨਾਂ ਦੀ ਸਪੀਚ ਹੈਗੀ ਹੈ ਜਿਹੜੀ ਹੁਣ ਵਿਵਾਦਪੂਰਨ ਬਣੀ। ਵਿਰੋਧੀਆਂ ਨੂੰ ਮੌਕਾ ਮਿਲਿਆ ਗੱਲ ਕਰਨ ਦਾ, ਜਿਹੜੇ ਪਹਿਲਾਂ ਹੀ ਦੀਪ ਦਾ ਵਿਰੋਧ ਕਰਦੇ ਆ ਉਹਨਾਂ ਨੂੰ ਫਿਰ ਉਹ ਮੌਕਾ ਮਿਲ ਗਿਆ ਗੱਲਬਾਤ ਕਰਨ ਦਾ। ਪਰ ਜਿੱਦਾਂ ਦਾ ਉਹਨਾਂ ਦਾ ਲਹਿਜਾ ਸੀਗਾ, ਉਹ ਆਪਣੇ ਵੱਲੋਂ ਕੁਝ ਹੋਰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਕੁਝ ਹੋਰ ਹੋ ਗਿਆ, ਆਪਾਂ ਇਦਾਂ ਵੀ ਕਹਿ ਸਕਦੇ ਹਾਂ, ਕਿਉਂਕਿ ਚੜ੍ਹਦੀ ਕਲਾ ਵਾਲੇ ਸਿੰਘ ਨੇ।
ਚੜ੍ਹਦੀ ਕਲਾ ਵਾਲੇ ਸਿੰਘ ਹੈ ਭਾਈ ਪਲਵਿੰਦਰ ਸਿੰਘ ਤਲਵਾੜਾ। ਜਦੋਂ ਦੀਪ ਰੂਪੋਸ਼ ਸੀਗਾ ਤੇ ਉਹਨਾਂ ਨੇ ਬੜੀ ਵੱਡੀ ਇੱਕ ਸਟੇਟਮੈਂਟ ਦਿੱਤੀ ਸੀ ਵੀਡੀਓ ਰਿਲੀਜ਼ ਕਰਕੇ, ਤੇ ਕੌਮ ਦੇ ਵਿੱਚ ਬੜਾ ਇੱਕ ਉਹਦੇ ਨਾਲ ਹੱਲਾਸ਼ੇਰੀ ਆਈ ਸੀਗੀ ਜਦੋਂ ਉਹਨਾਂ ਨੇ ਕਿਹਾ ਸੀ ਦੀਪ ਸਿਆ ਪਰਵਾਹ ਨਾ ਕਰੀ, ਤੇਰੇ ਨਾਲ ਆ ਕਰ ਦਿਆਂਗੇ, ਉਹ ਕਰ ਦਿਆਂਗੇ। ਸੋ ਆਹ ਚੀਜ਼ ਤੋਂ ਲੈ ਕੇ ਭਾਈ ਪਲਵਿੰਦਰ ਸਿੰਘ ਤਲਵਾੜਾ ਦੀ ਜਿਹੜੀ ਹੈ ਗੱਲਬਾਤ ਹੋਈ ਸੀਗੀ। ਪਰ ਅੱਜ ਉਹਨਾਂ ਦੀ ਸਟੇਟਮੈਂਟ ਆਈ ਦੀਪ ਦੇ ਹੱਕ ਦੇ ਵਿੱਚ ਹੀ ਆ। ਮਤਲਬ ਇਹ ਨਹੀਂ ਆਪਾਂ ਕਹਿੰਦੇ ਵੀ ਦੀਪ ਦੇ ਹੱਕ 'ਚ ਨਹੀਂ ਆਈ ਜਾਂ ਫਿਰ ਕੌਮ ਦੇ ਹੱਕ ਦੇ ਵਿੱਚ ਨਹੀਂ ਆਈ, ਪਰ ਉਹਨੂੰ ਵਿਰੋਧੀ ਹੋਰ ਤਰੀਕੇ ਨਾਲ ਲੈ ਰਹੇ ਆ। ਜਿਹੜੇ ਵਿਰੋਧੀ ਨੇ ਉਹ ਉਹਨੂੰ ਹੋਰ ਤਰੀਕੇ ਨਾਲ ਲੈ ਰਹੇ। ਉਹਨਾਂ ਦਾ ਕਹਿਣਾ ਕਿ ਦੀਪ ਨੂੰ ਸੰਤਾਂ ਦੇ ਨਾਲ ਮਿਲਾਤਾ, ਤੇ ਉਸ ਤੋਂ ਬਾਅਦ ਜਿਹੜੇ 84 ਤੋਂ ਬਾਅਦ ਜਿਹੜਾ ਸੰਘਰਸ਼ ਚੱਲਿਆ 10 ਕੁ ਸਾਲ ਦਾ, ਉਹਦੇ ਵਿੱਚ ਬੜੇ ਸਾਡੇ ਜੁਝਾਰੂ, ਬੜੇ ਵੱਡੇ ਸਿੰਘ ਖਾੜਕੂ ਜਿਹੜੇ ਸੀਗੇ, ਉਹਨਾਂ ਤੋਂ ਉੱਪਰ ਕਰਕੇ ਕਹਿਤਾ ਵੀ ਹਾਂ ਦੀਪ ਸੀ, ਵੀ ਉਹ ਨਹੀਂ ਸੀਗੇ। ਮਤਲਬ ਉਹਨਾਂ ਦੀ ਸਟੇਟਮੈਂਟ ਚੋਂ, ਉਹਨਾਂ ਦੀ ਸਪੀਚ ਦੇ ਵਿੱਚੋਂ ਆਹ ਝਲਕਦਾ। ਮੈਂ ਇੱਥੇ ਇਹ ਬੇਨਤੀ ਕਰਨੀ ਚਾਹੁੰਦਾ ਭਾਈ ਤਲਵਾੜਾ ਹੋਰਾਂ ਨੂੰ ਵੀ ਜਦੋਂ ਤੁਸੀਂ ਸਪੀਚ ਦੇਣੀ ਹੁੰਦੀ ਹੈ ਸਟੇਜ ਦੇ ਉੱਪਰ, ਜਦੋਂ ਕੋਈ ਗੱਲਬਾਤ ਕਰਨੀ ਹੁੰਦੀ ਕੌਮ ਦੀ, ਤਾਂ ਸ਼ਬਦਾਂ ਦੀ ਚੋਣ ਜਿਹੜੀ ਹੈ ਨਾ ਕਿਸ ਲਹਿਜੇ ਦੇ ਵਿੱਚ ਹੋਣੀ ਚਾਹੀਦੀ ਹੈ, ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ। ਭਾਵਨਾ ਤੁਹਾਡੀ ਕੁਝ ਹੋਰ ਹੁੰਦੀ ਹੈ ਪਰ ਤੁਸੀਂ ਕਰ ਕੁਝ ਹੋਰ ਜਾਂਦੇ ਹੋ। ਉਹ ਤੁਹਾਡਾ ਜਿਹੜੇ ਤੁਹਾਡੇ ਵਿਚਾਰ ਨੇ ਉਹ ਕਿਸੇ ਹੋਰ ਤਰੀਕੇ ਦੇ ਨਾਲ ਹੋ ਜਾਂਦੇ ਆ। ਸੋ ਇਸੇ ਤਰੀਕੇ ਦੇ ਨਾਲ ਇਸ ਤੁਹਾਡੀ ਸਟੇਟਮੈਂਟ ਦੇ ਵਿੱਚ ਹੋਇਆ ਜਦੋਂ ਤੁਸੀਂ ਇਹ ਕਹਿ ਦਿੱਤਾ ਕਿ 84 ਤੋਂ ਬਾਅਦ ਜਿਹੜੇ ਸ਼ਹੀਦ ਹੋਏ ਨੇ, ਇੱਕ ਲਹਿਰ ਚੱਲੀ ਸੀ ਨਾ ਪੰਜਾਬ ਦੇ ਵਿੱਚ, ਉਹਦੇ ਵਿੱਚ ਬੜੇ ਚੋਟੀ ਦੇ ਖਾੜਕੂ ਰਹੇ ਆ, ਗੁਰਜੰਟ ਸਿੰਘ, ਬੁੱਧ ਸਿੰਘ ਵਾਲਾ ਹੈ ਨਾ, ਬਾਬਾ ਮਾਨੋ ਚਾਲ ਜਾਂ ਭਾਈ ਸੁਖਦੇਵ ਸਿੰਘ ਬੱਬਰ, ਬਹੁਤ ਸੀਗੇ। ਸੋ ਉਹਨਾਂ ਨੂੰ ਕਹਿੰਦੇ ਵੀ ਉਹਨਾਂ ਨੂੰ ਇੰਨੀ ਪ੍ਰਸਿੱਧੀ ਨਹੀਂ ਮਿਲੀ, ਉਹਨਾਂ ਦੀਆਂ ਫੋਟੋਆਂ ਨਹੀਂ ਲੱਗੀਆਂ, ਦੀਪ ਸਿੱਧੂ ਦੀਆਂ ਲੱਗ ਗਈਆਂ। ਮਤਲਬ ਆਪਾਂ ਉਹਨਾਂ ਨੂੰ ਫਿਰ ਜਿਹੜਾ ਹੈਗਾ ਉਹਨਾਂ ਦੀ ਕੁਰਬਾਨੀ ਨੂੰ ਜਿਹੜਾ ਘਟਾ ਦਿੱਤਾ ਨਾ ਇਹ ਗੱਲ ਕਰਕੇ। ਪਰ ਇਸ ਤਰ੍ਹਾਂ ਨਹੀਂ ਹੈਗਾ। ਇਹ ਭਾਈ ਤਲਵਾੜਾ ਹੋਰਾਂ ਨੂੰ ਵੀ ਠੀਕ ਕਰਨਾ ਚਾਹੀਦਾ। ਜੇਕਰ ਆ ਵੀਡੀਓ ਪਹੁੰਚੇ ਤਾਂ ਤੁਸੀਂ ਕਰੋ ਠੀਕ ਇਹਨੂੰ। ਇਹ ਗੱਲ ਜਿਹੜੀ ਹੈ ਇਹਨੂੰ ਆਪਣੀ ਸਹੀ ਤਰੀਕੇ ਦੇ ਨਾਲ ਜਿਹੜੀ ਆ ਉਹ ਲੈ ਕੇ ਆਓ। ਇਸ ਤਰ੍ਹਾਂ ਨਹੀਂ ਹੁੰਦਾ। ਹੁਣ ਸੰਤ ਜਰਨੈਲ ਸਿੰਘ ਦੀ ਜਦੋਂ ਗੱਲ ਕਰਦੇ ਆ ਤਾਂ ਸਾਡਾ 20ਵੀਂ ਸਦੀ ਦਾ ਮਹਾਨ ਯੋਧਾ, ਠੀਕ ਹੈ, ਉਹਦੇ ਵਰਗਾ ਨਾ ਕੋਈ ਪਹਿਲਾਂ ਹੋਇਆ ਤੇ ਨਾ ਹੀ ਬਾਅਦ ਚ ਹੋਣਾ। ਇੱਕ ਗੱਲ ਸਪਸ਼ਟ ਰੂਪ ਦੇ ਵਿੱਚ ਆਪਾਂ ਕਹੀਏ, ਠੀਕ ਹੈ, ਨਾ ਪਹਿਲਾਂ ਹੋਇਆ ਤੇ ਨਾ ਬਾਅਦ ਵਿੱਚ ਹੋਇਆ। ਪਹਿਲਾਂ ਦੀ ਮੈਂ ਇਹ ਗੱਲ ਨਹੀਂ ਕਰ ਰਿਹਾ ਕਿ ਬਾਬਾ ਦੀਪ ਸਿੰਘ, ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜਾਂ ਫਿਰ ਸਾਡੇ ਗੁਰੂ ਸਾਹਿਬਾਨ, ਇਹ ਵੀ ਨਹੀਂ ਹੈਗਾ। ਇੱਥੇ ਹੁਣ ਆਹ ਗੱਲਾਂ ਸਪਸ਼ਟ ਕਰਨੀਆਂ ਬਣਦੀਆਂ ਕਿਉਂਕਿ ਤੁਹਾਡੇ ਵਿਰੋਧੀ ਜਿਹੜੇ ਨੇ ਨਿੱਕਾ ਪੁਆਇੰਟ ਫੜਦੇ ਆ, ਨਿੱਕਾ ਪੁਆਇੰਟ। ਉਹ ਇਹ ਵੀ ਪੁਆਇੰਟ ਫੜ ਸਕਦੇ ਆ ਵੀ ਤੂੰ ਕਹਿਤਾ ਵੀ ਪਹਿਲਾਂ ਉਹਨਾਂ ਵਰਗਾ ਨਹੀਂ ਹੋਇਆ ਕੋਈ ਵੀ, ਜਦਕਿ ਪਹਿਲਾਂ ਹੋਏ ਆ, ਠੀਕ ਹੈ ਨਾ। ਇਹ ਵੀ ਉਹ ਕਰ ਸਕਦੇ ਨੇ। ਇੱਥੇ ਤੁਹਾਨੂੰ ਇਹ ਵੀ ਗੱਲਾਂ ਜਿਹੜੀਆਂ ਕਲੀਅਰ ਕਰਨੀਆਂ ਪੈਣਗੀਆਂ, ਸਪਸ਼ਟ ਕਰਨੀਆਂ ਪੈਣਗੀਆਂ ਵੀ ਹਾਂ 20ਵੀਂ ਸਦੀ ਦੇ ਵਿੱਚ, ਜਿਹੜੀ 20ਵੀਂ ਸਦੀ ਸੀ, ਪਹਿਲੀ ਗੱਲ ਤਾਂ ਇਹ ਕਰ ਲਈਏ 20ਵੀਂ ਸਦੀ ਦੇ ਵਿੱਚ ਜਿਹੜਾ ਇੱਕੋ ਸ਼ਹੀਦ ਸਾਡਾ ਜਿਹੜਾ ਇਸ ਤਰੀਕੇ ਦਾ ਹੋਇਆ, ਜਿਨੇ ਮਤਲਬ ਕੌਮ ਜਗਾਈ, ਸਭ ਕੁਝ ਕੀਤਾ, ਆਪਾਂ ਬਹੁਤ ਗੱਲਾਂ ਉਹਨਾਂ ਦੀਆਂ ਕੀਤੀਆਂ ਨਾ। ਪਹਿਲੀ ਗੱਲ ਤਾਂ ਇਹ ਆ। ਫਿਰ ਦੂਸਰੀ ਗੱਲ ਸੰਤਾਂ ਬਾਰੇ ਇਹ ਹੈ ਵੀ ਜੋ ਉਹਨਾਂ ਨੇ ਕੀਤਾ ਉਹ ਕਿਸੇ ਨੇ ਨਹੀਂ ਕੀਤਾ, ਠੀਕ ਹੈ ਜੀ। ਇਹ ਵੀ ਗੱਲ ਆਪਾਂ ਕਰ ਲਈਏ। ਜੇ ਹੁਣ ਆਪਾਂ ਉਸ ਤੋਂ ਪਹਿਲਾਂ 18ਵੀਂ ਸਦੀ ਦੀ 17ਵੀਂ ਦੀ ਗੱਲ ਕਰਦੇ ਆ, ਉਹਦੇ ਵਿੱਚ ਜਿਹੜੇ ਸਾਡੇ ਹੋਰ ਸ਼ਹੀਦ ਸੀ, ਠੀਕ ਹੈ ਜੀ, ਉਹਨਾਂ ਵਰਗਾ ਵੀ ਕੋਈ ਨਹੀਂ। ਉਹਨਾਂ ਤੋਂ ਪਹਿਲਾਂ ਸਾਡੇ ਜਿਹੜੇ ਗੁਰੂ ਸੀ 10, ਉਹਨਾਂ ਦੇ ਵਿੱਚੋਂ ਵੀ ਸ਼ਹੀਦੀਆਂ ਹੋਈਆਂ, ਉਹਨਾਂ ਵਰਗਾ ਵੀ ਕੋਈ ਨਹੀਂ। ਇਸ ਕਰਕੇ ਹਰ ਇੱਕ ਦੀ ਆਪਣੀ ਜਗ੍ਹਾ, ਹਰ ਇੱਕ ਦੀ ਆਪਣੀ ਜਗ੍ਹਾ। ਇਹਦੇ ਵਿੱਚ ਇਹ ਨਹੀਂ ਮੈਂ ਤੁਲਨਾ ਦੀਪ ਸਿੱਧੂ ਦੀ ਸੰਤਾਂ ਨਾਲ ਕਰਦੇ ਆ ਜਾਂ ਗੁਰੂਆਂ ਨਾਲ ਕਰਦੇ ਆ, ਇਹ ਵੀ ਬਿਲਕੁਲ ਗਲਤ ਹੈਗੀ ਹੈ ਗੱਲ। ਆਪਾਂ ਇਸ ਤਰੀਕੇ ਨਾਲ ਕਹਿ ਸਕਦੇ ਆ ਵੀ ਉਹਨਾਂ ਸ਼ਹੀਦਾਂ ਦੇ ਲੀਹਾਂ ਦੇ ਉੱਤੇ ਚੱਲਦਿਆਂ ਹੋਇਆਂ ਇਸ ਸਿੰਘ ਨੇ ਵੀ ਜਿਹੜੀ ਕੁਰਬਾਨੀ ਕੀਤੀ ਆ, ਆਪਾਂ ਇਹ ਕਹਿ ਸਕਦੇ ਆ। ਸਾਡੀ ਕਤਾਰ ਬਹੁਤ ਵੱਡੀ ਆ। ਜੇ ਆਪਾਂ ਇਹ ਕਰਨ ਲੱਗ ਪਏ ਪਰਸੈਂਟੇਜ ਭਈ 89% ਫਲਾਨਾ ਸਿੰਘ ਸ਼ਹੀਦ ਹੋਇਆ, ਉਹਦੀ ਇੰਨੀ 89% ਕੁਰਬਾਨੀ ਹੈ, 64% ਜਿਹੜੀ ਹੈ ਫਲਾਨੇ ਸਿੰਘ ਦੀ ਕੁਰਬਾਨੀ ਹੈ, ਉਹ ਗੱਲਾਂ ਗਲਤ ਹੋ ਜਾਂਦੀਆਂ। ਇਸ ਕਰਕੇ ਆਪਾਂ ਇਹ ਨਾ ਕਰਿਆ ਕਰੀਏ ਵੀ ਉਹਦੇ ਨਾਲ ਮੈਂ ਤੁਲਨਾ ਕਰਦਾ, ਮੈਂ ਇਹਦੇ ਨਾਲ ਕਰਦਾ। ਇਹ ਗੱਲਾਂ ਬਿਲਕੁਲ ਗਲਤ ਨੇ। ਹਰ ਇੱਕ ਦਾ ਆਪਣਾ ਕਾਰਜ ਹੈ, ਉਹ ਕਰਕੇ ਤੁਰੀ ਜਾ ਰਿਹਾ, ਠੀਕ ਹੈ ਜੀ। ਕੋਈ ਅੱਜ ਹੈ ਇਸ ਧਰਤੀ ਤੇ, ਕੋਈ ਨਹੀਂ ਹੈਗਾ, ਪਰ ਉਹਨਾਂ ਦੇ ਆਪਣੇ ਕਾਰਜ ਨੇ। ਇਹ ਨਹੀਂ ਕਿ ਮੈਂ ਉਹਦੇ ਨਾਲ ਮਿਲਾ ਦੇਵਾਂ। ਉਸ ਤੋਂ ਬਾਅਦ ਭਾਈ ਤਲਵਾੜੇ ਨੇ ਜਿਵੇਂ ਗੱਲ ਕੀਤੀ, ਜਿੱਥੋਂ ਮੈਨੂੰ ਵੀ ਇਹ ਗੱਲ ਦਾ ਜਿਹੜਾ ਬੁਰਾ ਲੱਗਿਆ ਕਿ ਉਹਨਾਂ ਨੇ ਕਿਹਾ ਕਿ ਸੰਤਾਂ ਦੇ ਨਾਲ ਜੇਕਰ ਕਿਸੇ ਦੀ ਤਸਵੀਰ ਲੱਗੀ ਹੈ ਤੇ ਉਹ ਦੀਪ ਸਿੱਧੂ ਦੀ ਲੱਗੀ ਹੈ, ਜਦ ਕਿ ਭਾਈ ਗੁਰਜੰਟ ਸਿੰਘ, ਬੁੱਧ ਸਿੰਘ ਵਾਲੇ ਵਰਗੇ ਵੀ ਬੜੇ ਹੋਏ ਆ, ਪਰ ਨਹੀਂ ਦੀਪ ਸਿੱਧੂ ਦੀ ਲੱਗੀ। ਇੱਥੇ ਗੱਲ ਗਲਤ ਹੋ ਜਾਂਦੀ ਹੈ ਨਾ। ਹੁਣ ਭਾਈ ਗੁਰਜੰਟ ਸਿੰਘ, ਬੁੱਧ ਸਿੰਘ ਵਾਲਾ, ਉਹਨਾਂ ਦੀ ਆਪਣੀ ਕੁਰਬਾਨੀ ਹੈ, ਉਹ ਆਪਣੇ ਟਾਈਮ ਦੇ ਵੱਡੇ ਸ਼ਹੀਦ ਨੇ, ਹੈ ਨਾ। ਉਹਨਾਂ ਨੇ ਬੜੀਆਂ ਕੁਰਬਾਨੀਆਂ, ਉਹਨਾਂ ਦਾ ਬਹੁਤ ਉੱਚਾ ਕਰੈਕਟਰ ਜਾਂ ਸਭ ਕੁਝ ਸੀਗਾ। ਬਾਬਾ ਮਾਨੋ ਚਾਲ ਦਾ ਆਪਣਾ ਸੀਗਾ,
ਮਤਲਬ ਕਿ ਆਪਾਂ ਤਾਂ ਜਦੋਂ ਗੱਲ ਕਰਦੇ ਆ ਵੀ ਕਿੰਨਾ 1.5 ਲੱਖ ਸ਼ਹੀਦੀ ਹੋਈ ਆ, ਉਹਦੇ ਵਿੱਚ ਕਿੰਨੇ ਲੋਕ ਸੀ, ਕਿੰਨੇ ਯੋਧੇ ਸੀ ਜਿਹੜੇ ਲੜੇ, ਜਾਂ ਫਿਰ ਜੋ ਵੀ ਹੋਇਆ। ਸੋ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਸੀਗੀਆਂ ਕੰਟਰੀਬਿਊਸ਼ਨ ਸੀਗੀਆਂ, ਜਿੱਦਾਂ ਜਿੱਦਾਂ ਪ੍ਰਮਾਤਮਾ ਨੇ ਡਿਊਟੀ ਲਾਈ ਸੀ ਉਹ ਕਰ ਗਏ। ਆਪਾਂ ਮਲਾਈਏ ਨਾ ਕਿਸੇ ਨੂੰ, ਆਪਾਂ ਸਿਰਫ ਇੱਥੇ ਤੱਕ ਰੱਖੀਏ ਵੀ ਭਾਈ ਦੀਪ ਸਿੱਧੂ ਜਿਹੜਾ ਉਹ ਸ਼ਹੀਦ ਹੋਇਆ ਅੱਜ ਦੇ ਟਾਈਮ ਦੇ ਵਿੱਚ, ਉਹਨੇ ਕੌਮ ਦੀ ਗੱਲ ਕੀਤੀ, ਉਹ ਸ਼ਹੀਦ ਹੋ ਗਿਆ। ਠੀਕ ਹੈ, ਜਦੋਂ ਤੁਸੀਂ ਮਿਲਾਓਗੇ ਫਿਰ ਵਿਰੋਧੀਆਂ ਨੂੰ ਤੁਹਾਡੇ ਮੌਕਾ ਮਿਲੂਗਾ। ਉਸ ਤੋਂ ਬਾਅਦ ਫਿਰ ਆਪਾਂ ਇਹ ਵੀ ਵਿੱਚ ਕਹਿ ਸਕਦੇ ਨੇ, ਸਾਡੇ ਬਹੁਤ ਸਾਰੇ ਐਸੇ ਸਿੰਘ ਨੇ ਜਿਹੜੇ ਕਹਿੰਦੇ ਵੀ ਨਹੀਂ ਭਾਈ ਤੁਸੀਂ ਕੀ ਕਰ ਰਹੇ ਹੋ, ਤੁਸੀਂ ਤਾਂ ਸੰਤ ਜਰਨੈਲ ਸਿੰਘ ਦੀ ਨਾਲ ਮਿਲਾ ਦਿੱਤਾ ਦੀਪ ਸਿੱਧੂ ਨੂੰ। ਇਹ ਵੀ ਗੱਲਾਂ ਗਲਤ ਨੇ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਭਾਈ ਤਲਵਾੜੇ ਨੂੰ ਇਹ ਜਿਹੜਾ ਬਿਆਨ ਹੈਗਾ ਆਪਣਾ ਜਿਹੜਾ, ਇਹਨੂੰ ਦੁਬਾਰਾ ਸੋਚਣਾ ਚਾਹੀਦਾ। ਦੁਬਾਰਾ ਸੋਚ ਕੇ ਇਹਦੇ ਉੱਤੇ ਸਪਸ਼ਟੀਕਰਨ ਦੇ ਦਿਓ, ਜਾਂ ਕਹਿ ਦਿਓ ਭਾਈ ਆਹ ਇਦਾਂ ਗੱਲ ਸੀਗੀ, ਹੈ ਨਾ, ਇਹ ਗੱਲ ਗਲਤ ਆ। ਤੇ ਇਸ ਲਈ ਆਪਾਂ ਇਹ ਨਹੀਂ ਕਹਿੰਦੇ, ਕਈ ਵਾਰੀ ਇਦਾਂ ਹੁੰਦਾ, ਹੁਣ ਮੈਂ ਵੀ ਬੋਲਦਾ ਪਿਆ, ਲਾਈਵ ਬੋਲਦਾ ਪਿਆ, ਮੇਰੇ ਕੋਲੋਂ ਕਈ ਕੁਝ ਗਲਤ ਨਿਕਲ ਜੂਗਾ, ਕੱਲ ਨੂੰ ਮੈਨੂੰ ਕਹੋਗੇ ਉਹ ਤੂੰ ਤਾਂ ਆ ਕਹਿਤਾ ਸੀਗਾ। ਕਿਹਾ ਵੀ ਇੱਕ ਬੰਦੇ ਨੇ ਮੈਨੂੰ ਪਿੱਛੇ ਜੇ 3-4 ਲਾਈਵ ਪਿੱਛੇ ਆਪਾਂ ਗੱਲ ਕੀਤੀ ਸੀ, ਮੇਰੇ ਕੋਲੋਂ ਵੀ ਕੋਈ ਇਦਾਂ ਦੀ ਗੱਲ ਹੋਈ ਸੀ, ਗਲਤ ਨਹੀਂ ਸੀ, ਪਰ ਉਹ ਬੰਦੇ ਨੇ ਗਲਤ ਲੈ ਲਈ। ਠੀਕ ਹੈ ਜੀ, ਉਸ ਬੰਦੇ ਨੇ ਗਲਤ ਲੈ ਲਈ ਉਹ ਗੱਲ, ਤੇ ਮੈਂ ਉਹਨੂੰ ਸਪਸ਼ਟੀਕਰਨ ਵੀ ਦਿੱਤਾ। ਮੈਂ ਕਿਹਾ ਨਹੀਂ ਇਦਾਂ ਨਹੀਂ ਸੀ ਭਾਈ, ਕਹਿੰਦਾ ਨਹੀਂ ਇਦਾਂ ਹੀ ਸੀਗਾ। ਮੈਂ ਕਿਹਾ ਚਲੋ ਠੀਕ ਹੈ, ਫਿਰ ਤੁਹਾਡੀ ਜੋ ਤੁਸੀਂ ਕਹਿ ਰਹੇ ਹੋ। ਪਰ ਮੈਂ ਬਾਅਦ ਵਿੱਚ ਅਗਲੇ ਲਾਈਵ ਦੇ ਵਿੱਚ ਇਹ ਗੱਲਾਂ ਲਾਈਵ ਪੁੱਛੀਆਂ ਵੀ ਸੀ, ਭਾਈ ਪਿਛਲੇ ਲਾਈਵ ਦੇ ਵਿੱਚ ਮੈਂ ਇਸ ਤਰ੍ਹਾਂ ਕਿਹਾ ਸੀ, ਜੇਕਰ ਕਿਹਾ ਮੈਨੂੰ ਦੱਸਿਓ। ਪਰ ਨਹੀਂ, ਕਿਉਂਕਿ ਉਹ ਸਾਡਾ ਕੁਝ ਕਹਿਣ ਦਾ ਹੋਰ ਮੰਤਵ ਸੀ। ਪਰ ਜੇ ਕਿਸੇ ਨੇ ਇੱਕ ਅੱਧੇ ਨੇ ਇਹ ਸੋਚ ਲਿਆ ਤੇ ਠੀਕ ਹੈ। ਹੁਣ ਭਾਈ ਤਲਵਾੜੇ ਹੋਰਾਂ ਨੂੰ ਇਹ ਚੀਜ਼ਾਂ ਸਪਸ਼ਟ ਕਰ ਦੇਣੀਆਂ ਚਾਹੀਦੀਆਂ। ਬਹੁਤ ਧੰਨਵਾਦ, ਮਿਲਾਂਗੇ ਫਿਰ ਕਿਤੇ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।